क्योंकि सिद्धे ਜਾਂ ਸਿੱਧੇ ਰੂਪ ਦੇ ਵਿੱਚ ਰੋਲ ਤਾਂ ਹੈ ਉਹ ਨਾ ਜੀ। ਜਦੋਂ ਕਾਂਗਰਸ ਦੇ ਸੀਐਮ ਸਾਹਿਬ ਤੇ ਕੈਬਨਿਟ ਨੂੰ ਇਹ ਪਤਾ ਲੱਗ ਗਿਆ ਸੀ, ਉਹ ਵੀ 2019 ਦੇ ਵਿੱਚ ਇਹਨਾਂ ਦੇ ਸਕੱਤਰ ਵੱਲੋਂ ਦੱਸਿਆ ਗਿਆ ਸੀ, ਨੀਤੀ ਆਯੋਗ ਦੀ ਮੀਟਿੰਗ 'ਚੋਂ ਜਾ ਕੇ ਆਏ ਕਿ ਇਹੋ ਜਿਹਾ ਖਤਰਨਾਕ ਬਿੱਲ ਆ ਰਿਹਾ ਹੈ। ਉਹ ਪਤਾ ਹੋਣ ਦੇ ਬਾਵਜੂਦ ਵੀ ਜਦੋਂ ਇਹਨਾਂ ਨੇ ਕੋਈ ਸਰਬ ਪਾਰਟੀ ਮੀਟਿੰਗ ਨਹੀਂ ਸੱਦੀ, ਕੈਬਨਿਟ ਦੀ ਮੀਟਿੰਗ ਨਹੀਂ, ਜਾਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਸੱਦਿਆ, ਪ੍ਰੈਸ 'ਚ ਨਹੀਂ ਗਏ, ਸੋ ਇਸ ਕਰਕੇ ਇਹ ਤਾਂ ਮਤਲਬ ਚਾਹੁੰਦੇ ਹੀ ਸੀਗੇ ਕਿ ਇਹੋ ਜਿਹਾ ਬਿੱਲ ਪਾਸ ਹੋਵੇ, ਫਿਰ ਕਿਸਾਨ ਸੰਘਰਸ਼ ਖੜਾ ਹੋਵੇ, ਫਿਰ ਉਹ ਕਿਸਾਨ ਸੰਘਰਸ਼ ਖੜਾ ਹੋਊਗਾ। ਫਿਰ ਜਿਹੜੇ ਇਹਨਾਂ ਦੀਆਂ ਨਾਕਾਮੀਆਂ 4 ਸਾਲ ਦੀਆਂ, ਭ੍ਰਿਸ਼ਟਾਚਾਰ ਹੈ, ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਫਸੇ ਹੋਏ ਇਹਨਾਂ ਦੇ ਵਿਧਾਇਕ ਹੈ, ਸ਼ਰਾਬਾਂ ਦੀਆਂ ਫੈਕਟਰੀਆਂ ਵਾਲੇ ਵਿਧਾਇਕ ਹੈ, ਸੋ ਉਹ ਸਾਰਾ ਕੁਛ ਇਹ ਜਿਹੜਾ ਆਰਡੀਨੈਂਸ ਦੀ ਅੱਗ ਖੜੀ ਹੋਊਗੀ, ਕਿਸਾਨ ਲਾਉਣਗੇ, ਉਹਦੇ ਵਿੱਚ ਇਸ ਭੱਠੀ ਦੇ ਵਿੱਚ ਇਹਨਾਂ ਦਾ ਭ੍ਰਿਸ਼ਟਾਚਾਰੀ ਜਿਹੜਾ ਸਿਸਟਮ ਆ ਉਹ ਵੀ ਅਸੀਂ ਇਸ ਭੱਠੀ ਦੇ ਵਿੱਚ ਫੂਕ ਦਾਂਗੇ। ਮੈਨੂੰ ਇਹ ਲੱਗਦਾ ਕਿ ਅੱਜ ਜਿਹੜਾ ਇੱਥੇ ਮੋਰਚਾ ਲਾਇਆ, ਇਹਨਾਂ ਨੇ ਧਰਨਾ ਦਿੱਤਾ ਜਾਂ ਜੋ ਵੀ ਦਿੱਤਾ ਹੈ, ਇਹ ਕਿਹੜੇ ਮੂੰਹ ਦੇ ਨਾਲ ਉਹ ਧਰਨਾ ਦੇ ਰਹੇ ਹੈ ਜੀ? ਪੰਜਾਬ ਲੁੱਟਿਆ, ਕੁੱਟਿਆ, ਚੱਟਿਆ, ਚੁੰਡਿਆ ਉਹ ਤਾਂ ਇਹਨਾਂ ਨੇ ਹੈ, ਜਾਂ ਬਾਦਲੀਆਂ ਨੇ ਹੈ, ਜਾਂ ਬਾਦਲਦਿਆਂ ਨੇ ਹੈ, ਜਾਂ ਕਾਂਗਰਸੀਆਂ ਨੇ ਹੈ। ਇਹ ਦੱਸਣ ਦਾ ਸਹੀ ਅੱਜ ਪੰਜਾਬ ਜਿਹੜਾ ਅੱਜ ਇੱਥੇ ਪਹੁੰਚਿਆ ਹੈ, ਪੰਜਾਬ ਦੇ ਨੌਜਵਾਨ ਅੱਜ ਉੱਤੇ ਠੰਡ ਦੀਆਂ ਰਾਤਾਂ ਕੱਟ ਰਹੇ ਹੈ, ਇਹ ਦੱਸਣ ਕਾਂਗਰਸੀਏ ਜਾਂ ਬਾਦਲੀਏ ਵੀ ਪੰਜਾਬ ਨੂੰ ਉਰੇ ਤੱਕ ਪਹੁੰਚਾਉਣ ਦੇ ਵਿੱਚ ਰੋਲ ਕਿਹਦਾ ਹੈ। ਸੋ ਇਸ ਕਰਕੇ ਪੰਜਾਬ ਦੇ ਹਰ ਨੌਜਵਾਨ ਨੇ ਜਦ ਸ਼ੰਭੂ ਵੱਲ ਦੇਖਿਆ ਕਿ ਇੱਥੇ ਕੌਣ ਬੈਠ ਗਿਆ ਕਿ, ਤਾਂ ਉਹ ਬੜੇ ਮਨ ਉਹਨਾਂ ਦੇ ਗਮਗੀਨ ਸੀ ਕਿ ਉਹੀ ਲਟੇਰੇ ਸ਼ੰਭੂ ਅੱਜ ਧਰਨਾ ਦੇ ਰਹੇ ਆ। ਦੇ ਕਿਹਦੇ ਖਿਲਾਫ ਰਹੇ ਆ ਇਹ ਉਹਨਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ। ਮੈਂ ਪਟਿਆਲੇ ਸ਼ਹਿਰ ਤੋਂ ਚੋਣ ਲੜੀ ਸੀ, ਲੱਖੇ ਨੇ ਰਾਮਪੁਰੇ ਫੂਲ ਤੋਂ ਲੜੀ ਸੀ। ਸਾਡੀ ਇੰਨੀ ਕਿ ਮਿੱਤਰਚਾਰਾ ਸੀ ਕਿ ਅਸੀਂ ਇੱਕ ਪਾਰਟੀ 'ਚੋਂ ਚੋਣ ਲੜੀ ਸੀ। ਉਦੋਂ ਬਾਅਦ ਕੋਈ ਛੋਟੀਆਂ ਇਲੈਕਸ਼ਨਾਂ ਦੇ ਵਿੱਚ ਲੱਖੇ ਸਿਧਾਣੇ ਨਾਲ ਉੱਥੇ ਝਗੜਾ ਹੋ ਗਿਆ, ਕਤਲ ਕੁਤਲ ਹੋ ਗਿਆ, ਅਤੇ ਉਹ ਲੱਖਾ ਉੱਥੋਂ ਐਜ਼ ਏ ਮਿੱਤਰਚਾਰਾ ਮੇਰੇ ਕੋਲ ਆ ਗਿਆ। ਅਤੇ ਮੈਂ ਤਾਂ ਉਦੋਂ ਲੱਖੇ ਦੀ ਵੀ ਜਿੰਨੀ ਕੁ ਹੋਈ, ਹਾਲਾਂਕਿ ਦੂਜੇ ਪਾਸੇ ਮਲੂਕਾ ਸੀਗਾ ਮਿਨਿਸਟਰ, ਅਤੇ ਇਹ ਜਦੋਂ ਆਏ ਔਖਾ ਸਮਾਂ ਸੀ, ਮੈਂ ਤਾਂ ਜਿੰਨੀ ਕੁ ਹੋਈ ਲੱਖੇ ਦੀ ਵੀ ਹੈਲਪ ਕੀਤੀ, ਹਾਲਾਂਕਿ ਪਿੱਛੇ ਪੁਲਿਸ ਦਾ ਜ਼ੋਰ ਸੀ, ਪੁਲਿਸ ਲੱਗੀ ਹੋਈ ਸੀ। ਲੱਖਾ ਕਦੀ ਤੁਹਾਡੇ ਨਾਲ ਦਿਖਿਆ ਤਾਂ ਹੈ ਨਹੀਂ? ਔਰ ਮੈਂ ਬੜੀ ਵਧੀਆ ਗੱਲ ਕਹਿਣਾ ਕਿ ਰਾਜੇਵਾਲ ਸਾਹਿਬ ਵੀ ਅੱਜ ਆਪਣੇ ਬਿਆਨ ਨੂੰ ਚੰਗੀ ਤਰ੍ਹਾਂ ਦੇਖਣ, ਸੋਚਣ ਕਿ ਜਿਹੜੀਆਂ ਪੀਲੀਆਂ ਝੰਡੀਆਂ ਇਹ ਖਾਲਸੇ ਦਾ ਨਿਸ਼ਾਨ ਹੈ। ਜੇ ਅੱਜ ਮੋਦੀ ਮੀਡੀਆ ਕਹਿਣ ਲੱਗ ਗਿਆ ਕਿ ਪੀਲੀਆਂ ਝੰਡੀਆਂ ਨਾਲ ਖਾਲਿਸਤਾਨ ਬਣ ਗਿਆ, ਕੱਲ੍ਹ ਨੂੰ ਕਹਿਣ ਲੱਗਣਗੇ ਕਿ ਜੀ ਤੁਹਾਡੇ ਤਾਂ ਪਿੰਡਾਂ ਦੇ ਵਿੱਚ ਕੇਸਰੀ ਨਿਸ਼ਾਨ ਝੂਲਦੇ ਆ, ਪੰਜਾਬ 'ਚ ਖਾਲਿਸਤਾਨ ਬਣ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸਫਰੇ ਸਿੱਖੀਜ਼ਮ ਦੇ ਵਿੱਚ। ਅੱਜ ਕੱਲ੍ਹ ਸਫ਼ਰ ਜੋ ਪੰਜਾਬ ਤੋਂ ਸ਼ੁਰੂ ਹੋਇਆ ਸੀ, ਉਹ ਦਿੱਲੀ ਦੀ ਹਿੱਕ 'ਤੇ ਜਾਣ ਖਲੋਤਾ ਹੈ। ਅਸੀਂ ਮੋਰਚੇ ਦੀ ਗੱਲ ਕਰ ਰਹੇ ਹਾਂ, ਪਰ ਸ਼ੰਭੂ ਮੋਰਚੇ ਦੀ ਸਟੇਜ ਜੋ ਕਈ ਸਮੇਂ ਤੱਕ ਸਾਂਭਦੇ ਰਹੇ, ਜਿਨ੍ਹਾਂ ਨੇ ਜਦੋਂ ਤੱਕ ਮੋਰਚਾ ਮੁੱਕਿਆ ਨਹੀਂ ਉਦੋਂ ਤੱਕ ਉਸ ਮੰਚ ਦੀ ਅਗਵਾਈ ਕੀਤੀ, ਉਸ ਮੰਚ ਤੋਂ ਵੱਡੇ ਵੱਡੇ ਬੁਲਾਰੇ ਬੋਲ ਕੇ ਗਏ, ਅਤੇ ਅੱਜ ਉਸ ਥਾਂ ਤੋਂ ਉਹ ਮੋਰਚਾ ਚੱਕਿਆ ਗਿਆ, ਅਤੇ ਉਸੇ ਥਾਂ ਦੇ ਉੱਤੇ ਆ ਕੇ ਮੋਰਚਾ ਕਿਸ ਨੇ ਲਗਾਇਆ? ਕਾਂਗਰਸ ਨੇ, ਅਕਾਲੀ ਦਲ ਨੇ। ਅਤੇ ਹੁਣ ਬਹੁਤ ਸਾਰੇ ਸਵਾਲ ਬਹੁਤ ਸੰਗਤ ਦੇ ਜ਼ਿਹਨ ਦੇ ਵਿੱਚ ਆ ਰਹੇ ਨੇ ਕਿ ਉਹ ਮੋਰਚਾ ਜਦੋਂ ਲੱਗਿਆ ਸੀ, ਉਦੋਂ ਹਰ ਕਿਸੇ ਨੂੰ ਇੱਕ ਉਮੀਦ ਸੀ ਕਿ ਪੰਜਾਬ ਨੂੰ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਦਾ ਇੱਕ ਮੰਚ ਮਿਲਿਆ ਹੈ। ਜੇਕਰ ਦਿੱਲੀ ਦੀ ਹਿੱਕ 'ਤੇ ਜਾ ਕੇ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਇਹ ਮੋਰਚਾ ਲੱਗਿਆ ਰਹੇਗਾ। ਅਸੀਂ ਆਪਣੀ ਆਵਾਜ਼ ਉਦੋਂ ਤੱਕ ਬੁਲੰਦ ਕਰਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਅਤੇ ਜਿਨ੍ਹਾਂ ਨੇ ਮੰਚ 1.5-2 ਮਹੀਨੇ ਲਗਾਤਾਰ ਸਾਂਭਿਆ, ਪੰਥਕ ਅਕਾਲੀ ਲਹਿਰ ਤੋਂ ਸਪੋਕਸਮੈਨ ਜੋਗਾ ਸਿੰਘ ਚੱਪੜ ਜੀ ਸਾਡੇ ਨਾਲ ਨੇ। ਪਹਿਲਾਂ ਉਹਨਾਂ ਦਾ ਫਤਿਹ ਦੀ ਸਾਂਝ ਪਾਉਂਦੇ ਹਾਂ, ਸਵਾਗਤ ਕਰਦੇ ਹਾਂ, ਫਿਰ ਪੁੱਛਦੇ ਹਾਂ ਕਿ ਆਖਿਰ ਮੋਰਚਾ ਕਿਉਂ ਚੱਕਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸੋ, ਮੋਰਚਾ ਆਖਿਰ ਚੱਪੜ ਸਾਹਿਬ 1.5-2 ਮਹੀਨੇ ਤੁਸੀਂ ਮੰਚ ਸਾਂਭਿਆ ਉੱਥੇ, ਅਤੇ ਇੱਕਦਮ ਕਿੱਦਾਂ ਮੋਰਚਾ ਚੱਕਿਆ ਗਿਆ? ਅਸਲ ਸੈਣੀ ਸਾਹਿਬ ਬੇਨਤੀ ਇਹ ਹੈ ਕਿ ਜਦੋਂ ਇਹ ਮੋਰਚਾ ਲਾਉਣਾ ਸੀ, ਉਹ ਤੋਂ 5-7 ਦਿਨ ਪਹਿਲਾਂ ਮੈਨੂੰ ਪ੍ਰੋਫੈਸਰ ਮਨਜੀਤ ਉਹਨਾਂ ਦਾ, ਤਰਲੋਚਨ ਲਾਲੀ ਜੀ ਉਹਨਾਂ ਦਾ ਫੋਨ ਆਇਆ ਕਿ ਆਪਾਂ ਇੱਦਾਂ ਇੱਕ ਮੋਰਚਾ ਲਾਉਣਾ ਹੈ ਅਤੇ ਤੁਸੀਂ ਉਰੇ ਆਓ। ਮੈਂ ਉੱਥੇ ਗਿਆ ਤਾਂ ਮੀਟਿੰਗ ਹੋਈ ਸਾਰਿਆਂ ਦੀ। ਮੈਂ ਪਹਿਲਾਂ ਦੀਪ ਉਹਨਾਂ ਨੂੰ ਜਾਂ ਕਿਸੇ ਨੂੰ ਨਹੀਂ ਜਾਣਦਾ ਸੀ, ਮੈਂ ਤਾਂ ਪ੍ਰੋਫੈਸਰ ਮਨਜੀਤ ਜੀ ਉਹਨਾਂ ਨੂੰ, ਤਰਲੋਚਨ ਲਾਲੀ ਮੇਰੇ ਮਿੱਤਰ, ਇਹਨਾਂ ਨੂੰ ਜਾਣਦਾ ਸੀ। ਚਲੋ ਇਹਦੇ ਸੰਬੰਧ ਦੇ ਵਿੱਚ ਮੀਟਿੰਗਾਂ ਹੋਈਆਂ। ਫਿਰ ਇੱਕ ਦਿਨ ਕਿਸਾਨ ਭਵਨ ਮੀਟਿੰਗ ਹੋਈ, ਕਿਸਾਨ ਉਹਨਾਂ ਦੇ ਆਗੂਆਂ ਨਾਲ ਲੰਬੀਆਂ ਗੱਲਾਂ, ਸੋ ਮੋਰਚਾ ਸ਼ੁਰੂ ਹੋ ਗਿਆ। ਅਤੇ ਮੋਰਚਾ ਸ਼ੁਰੂ ਹੋਣ ਤੋਂ ਬਾਅਦ ਚਲੋ ਪ੍ਰੋਫੈਸਰ ਮਨਜੀਤ ਸਿੰਘ ਹੋਣੀ ਤਾਂ ਥੋੜ੍ਹਾ ਜਿਹਾ ਪਹਿਲਾਂ ਹੀ ਕਿਨਾਰਾ ਕਰ ਗਏ ਸੀ, ਇਹ ਉਹ ਤੋਂ 5-4 ਦਿਨ ਬਾਅਦ ਸਾਡੇ ਮਿੱਤਰ ਦੂਜੇ ਵੀ ਕਿਨਾਰਾ ਕਰ ਗਏ। ਸੋ ਮੇਰਾ ਇੱਕ ਸੁਭਾਅ ਰਿਹਾ ਸ਼ੁਰੂ ਤੋਂ ਵੀ ਜੇ ਕਿਸੇ ਬੰਦੇ ਦੇ ਨਾਲ ਖੜੀਏ ਤਾਂ ਉਹ ਐਂਡ ਤੱਕ ਚੱਲੀਏ, ਅੰਤ ਤੱਕ ਚੱਲੀਏ। ਅਤੇ ਮੈਂ ਦੀਪ ਸਿੱਧੂ ਉਹਨਾਂ ਦਾ
ਐਂਡ ਤੱਕ ਜਦੋਂ ਤੱਕ ਇਹ ਮੋਰਚਾ ਉਹਨਾਂ ਨੇ ਰੱਖਿਆ ਤਾਂ ਮੈਂ ਉਹਨਾਂ ਦਾ ਸਾਥ ਵੀ ਦਿੱਤਾ ਹੈ। ਅਤੇ ਮੋਰਚਾ ਚੱਲਦਾ ਰਿਹਾ ਅਤੇ ਮੋਰਚੇ ਦੇ ਵਿੱਚੋਂ ਜਿੱਥੇ ਸਾਰੇ ਪੰਜਾਬ ਦੇ ਵਿੱਚ ਧਰਨੇ ਮੁਜ਼ਾਹਰੇ ਚੱਲ ਰਹੇ ਸੀ ਖੇਤੀ ਆਰਡੀਨੈਂਸ ਦੇ ਖਿਲਾਫ, ਕਾਨੂੰਨ ਦੇ ਖਿਲਾਫ, ਜਿਹੜਾ ਮੋਦੀ ਨੇ ਕਿਸਾਨਾਂ ਦੇ ਮਤਲਬ ਇੱਕ ਮੌਤ ਦੇ ਵਾਰੰਟ ਜਾਰੀ ਕੀਤੇ ਹੈ। ਅਤੇ ਅਸੀਂ ਸ਼ੰਭੂ ਮੋਰਚੇ ਦੇ ਵਿੱਚ ਇਹ ਚਲੋ ਬੜਾ ਵਧੀਆ ਐਪਰੀਸ਼ੀਏਟ ਵੀ ਦੀਪ ਸਿੱਧੂ ਨੂੰ ਜਾਂਦਾ ਹੈ ਕਿ ਉਹਨੇ ਜਿਹੜਾ ਸੂਬੇ ਦੇ ਵੱਧ ਅਧਿਕਾਰਾਂ ਦੀ ਲੜਾਈ ਇਹ ਵੀ ਸ਼ੁਰੂ ਕੀਤੀ ਅਤੇ ਇਹ ਵੀ ਗੱਲ ਖੜੀ ਕੀਤੀ ਅਤੇ ਸਾਨੂੰ ਸਾਡੀ ਹੋਂਦ ਦੀ ਗੱਲ ਵੀ ਖੜੀ ਕੀਤੀ। ਅਤੇ ਇਹਦੇ ਨਾਲ ਪੰਜਾਬ ਦੇ ਹਰ ਕੋਨੇ ਦੇ ਵਿੱਚੋਂ ਪੰਜਾਬ ਦੇ ਨੌਜਵਾਨਾਂ ਨੂੰ ਪਤਾ ਲੱਗਿਆ ਕਿ ਸਾਡੀ ਤਾਂ ਹੋਂਦ ਵੀ ਖਤਮ ਹੋ ਰਹੀ ਹੈ, ਸਾਡੇ ਵੱਧ ਅਧਿਕਾਰ ਕੀ ਹੈ। ਅੱਜ ਤਾਮਿਲਨਾਡੂ ਵਰਗੀਆਂ ਸਟੇਟਾਂ ਵੀ ਵੱਧ ਅਧਿਕਾਰ ਮੰਗਦੀਆਂ। ਸੋ ਸ਼ੰਭੂ ਮੋਰਚੇ ਦਾ ਇਹ ਇੱਕ ਵੱਖਰਾ ਪਹਿਲੂ ਵੀ ਰਿਹਾ। ਇਸ ਕਰਕੇ ਹੀ ਵਰਲਡ ਦੇ ਵਿੱਚ ਬੈਠਾ ਹਰ ਪੰਜਾਬੀ ਸ਼ੰਭੂ ਮੋਰਚੇ ਵੱਲ ਚੰਗੀ ਤਰ੍ਹਾਂ ਦੇਖ ਰਿਹਾ ਸੀ ਅਤੇ ਸ਼ੰਭੂ ਮੋਰਚੇ ਤੋਂ ਕਾਫੀ ਆਸ ਲਾ ਕੇ ਬੈਠਾ ਸੀ। ਪਰ ਉਹ ਆਸਾਂ ਹੁਣ ਕਿਉਂ ਟੁੱਟੀਆਂ ਸੰਗਤ ਦੀਆਂ? ਕਿਉਂ ਉਹ ਮੋਰਚਾ ਚੱਕਿਆ ਗਿਆ ਤੇ ਉੱਥੇ ਅਕਾਲੀਆਂ ਨੇ ਜਾਂ ਕਾਂਗਰਸ ਨੇ ਅੱਜ ਹੀ ਮੋਰਚਾ ਲਾਇਆ ਹੈ, ਕਿਉਂ ਲੱਗ ਗਿਆ? ਦੇਖੋ ਸੈਣੀ ਸਾਹਿਬ, ਗੱਲ ਇਹ ਹੈ ਕਿ ਅਸੀਂ ਤਾਂ ਇਹ ਮਹਿਸੂਸ ਕਰਦੇ ਸੀ ਕਿ ਜਦੋਂ ਤੱਕ ਇਹ ਸੰਘਰਸ਼ ਲੰਬਾ ਹੈ ਉਦੋਂ ਤੱਕ ਇਹ ਮੋਰਚਾ ਢੰਗ ਨਾਲ ਚੱਲੇ। ਅਤੇ ਪਰ ਜਦੋਂ ਕਿਸਾਨ ਯੂਨੀਅਨ ਦੇ ਵੱਲੋਂ 26 ਤਰੀਕ ਦਾ ਉੱਥੇ ਦਾ ਪ੍ਰੋਗਰਾਮ ਦੇਤਾ ਤਾਂ ਸਾਡੀ ਵੀ ਕੋਸ਼ਿਸ਼ ਇਹ ਸੀਗੀ ਕਿ ਅਸੀਂ ਦਿੱਲੀ ਉਹਨਾਂ ਨਾਲ ਚੱਲੀਏ ਅਤੇ ਦਿੱਲੀ ਵੀ ਅਸੀਂ ਕੂਚ ਕੀਤਾ। ਉਹ ਤੋਂ ਬਾਅਦ ਮੈਨੂੰ ਇਉਂ ਲੱਗਦਾ ਹੈ ਕਿ ਕੋਈ ਦਬਾਅ ਸਾਡੇ 'ਤੇ ਪਿਆ, ਪੰਜਾਬ ਪੁਲਿਸ ਦੇ ਜ਼ਰੀਏ ਪਿਆ। ਬਲਕਿ ਮੈਨੂੰ ਇਹ ਲੱਗਦਾ ਕਿ ਪੰਜਾਬ ਪੁਲਿਸ ਦਾ ਆਪਣਾ ਨਿੱਜੀ ਦਾ ਕੋਈ ਹੁੰਦਾ ਨਹੀਂ, ਪਿੱਛੋਂ ਸਰਕਾਰਾਂ ਦਾ ਹੀ ਦਬਾਅ ਹੁੰਦਾ ਹੈ। ਹੁਣ ਸਰਕਾਰਾਂ ਦਾ ਇਹ ਦਬਾਅ ਹੁੰਦਾ ਹੈ ਕਿ ਸਰਕਾਰਾਂ ਨੂੰ ਮਹਿਸੂਸ ਹੋ ਗਿਆ ਕਿ ਜਿਹੜਾ ਸ਼ੰਭੂ ਮੋਰਚੇ ਦੀ ਆਵਾਜ਼ ਹੈ ਉਹ ਆਵਾਜ਼ ਇੱਕ ਅਜਿਹੀ ਹੈ ਜਿਹੜੀ ਪੰਜਾਬ ਦੇ ਹਰ ਘਰ, ਹਰ ਪਿੰਡ, ਹਰ ਨੌਜਵਾਨ ਤੱਕ ਜਾ ਰਹੀ ਹੈ, ਜਿਹੜੀ ਪੰਜਾਬ ਦੀ ਇੱਕ ਵੱਖਰੀ ਅਲੰਬੜਦਾਰੀ ਦੀ ਗੱਲ ਕਰਦੀ ਹੈ। ਇਸ ਕਰਕੇ ਪੰਜਾਬ ਦੇ ਜਿਹੜੇ ਮੌਜੂਦਾ ਭ੍ਰਿਸ਼ਟਾਚਾਰੀ ਤੰਤਰ ਹੈ ਇਹਨਾਂ ਨੂੰ ਚੁੱਭਦਾ ਸੀ ਸ਼ੰਭੂ ਮੋਰਚਾ। ਸੋ ਇਹਨਾਂ ਨੇ ਕੋਸ਼ਿਸ਼ ਕੀਤੀ ਕਿਸੇ ਨਾ ਕਿਸੇ ਢੰਗ ਨਾਲ ਇਹ ਸ਼ੰਭੂ ਮੋਰਚਾ ਪਟਾਉਣ ਦੀ। ਸੋ ਮੈਂ ਤਾਂ ਵੈਸੇ ਇਸ ਉਹਦੇ ਵਿੱਚ ਨਹੀਂ ਸੀ ਕਿ ਸ਼ੰਭੂ ਮੋਰਚਾ ਪੱਟਿਆ ਜਾਵੇ। ਠੀਕ ਹੈ, ਪਰਚੇ ਦਰਜ ਹੁੰਦੇ, ਕੋਈ ਡਾਂਗਾਂ ਚੱਲ ਲੈਂਦੀਆਂ, ਇਹ ਸਰਕਾਰਾਂ ਦਾ ਕੰਮ ਹੈ। ਉਸ ਢੰਗ ਨਾਲ ਸ਼ੰਭੂ ਮੋਰਚਾ ਪੱਟਿਆ ਜਾਂਦਾ ਤਾਂ ਵੱਖਰੀ ਗੱਲ ਹੈ। ਸੋ ਦੀਪ ਜੀ ਉਹਨੇ ਥੋੜ੍ਹਾ ਜਿਹਾ ਪੜ੍ਹੇ ਲਿਖੇ ਇਨਸਾਨ ਹੈ, ਉਹਨਾਂ ਨੇ ਲਾਈਵ ਹੋ ਕੇ ਕਹਿਤਾ ਕਿ ਆਪਾਂ ਚਲੋ ਇਹਨੂੰ ਹੁਣ ਲੰਗਰ ਦੇ ਵਿੱਚ ਤਬਦੀਲ ਹੋਇਆ ਵਾ ਸੀਗਾ, ਅਸੀਂ ਸਾਈਡ 'ਤੇ ਕਰ ਲੈਂਦੇ ਹਾਂ। ਸੋ ਉਹ ਅਸੀਂ ਲੰਗਰ ਸਾਈਡ 'ਤੇ ਕਰ ਲਿਆ। ਪਰੰਤੂ ਜਿਹੜਾ ਤੁਸੀਂ ਅੱਜ ਸਵਾਲ ਕੀਤਾ ਕਿ ਉਸੇ ਜਗ੍ਹਾ ਕਾਂਗਰਸ ਨੇ ਲਾਇਆ ਹੈ, ਅੱਜ ਮੈਨੂੰ ਵੀ ਬੜਾ ਇਹ ਸੋਚ ਕੇ ਖੇਦ ਹੋ ਰਿਹਾ ਹੈ ਅਤੇ ਦੁੱਖ ਵੀ ਲੱਗ ਰਿਹਾ ਹੈ ਕਿ ਜਿਹੜੀ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੇ ਨਾਲ ਧਰੋਹ ਕੀਤਾ ਹੋਵੇ ਅਤੇ ਜਿਹੜੀ ਕਾਂਗਰਸ ਦੀ ਮੌਜੂਦਾ ਸਰਕਾਰ ਦਾ ਬੜਾ ਵੱਡਾ ਰੋਲ ਰਿਹਾ ਹੋਵੇ ਇਹ ਜਿਹੜੇ ਆਰਡੀਨੈਂਸ ਹੈ ਪਾਸ ਕਰਾਉਣ ਦੇ ਵਿੱਚ। ਕਿਉਂਕਿ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਰੋਲ ਤਾਂ ਹੈ ਉਹ ਨਾ ਜੀ। ਜਦੋਂ ਕਾਂਗਰਸ ਦੇ CM ਸਾਹਿਬ ਅਤੇ ਕੈਬਨਿਟ ਨੂੰ ਇਹ ਪਤਾ ਲੱਗ ਗਿਆ ਸੀ, ਉਹ ਵੀ 2019 ਦੇ ਵਿੱਚ ਇਹਨਾਂ ਦੇ ਸਕੱਤਰ ਵੱਲੋਂ ਦੱਸਿਆ ਗਿਆ ਸੀ, ਨੀਤੀ ਆਯੋਗ ਦੀ ਮੀਟਿੰਗ 'ਚੋਂ ਜਾ ਕੇ ਆਏ ਕਿ ਇਹੋ ਜਿਹਾ ਖਤਰਨਾਕ ਬਿੱਲ ਆ ਰਿਹਾ ਹੈ। ਉਹ ਪਤਾ ਹੋਣ ਦੇ ਬਾਵਜੂਦ ਵੀ ਜਦੋਂ ਇਹਨਾਂ ਨੇ ਕੋਈ ਸਰਬ ਪਾਰਟੀ ਮੀਟਿੰਗ ਨਹੀਂ ਸੱਦੀ, ਕੈਬਨਿਟ ਦੀ ਮੀਟਿੰਗ ਨਹੀਂ, ਜਾਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਸੱਦਿਆ, ਪ੍ਰੈਸ 'ਚ ਨਹੀਂ ਗਏ। ਸੋ ਇਸ ਕਰਕੇ ਇਹ ਤਾਂ ਮਤਲਬ ਚਾਹੁੰਦੇ ਹੀ ਸੀਗੇ ਕਿ ਇਹੋ ਜਿਹਾ ਬਿੱਲ ਪਾਸ ਹੋਵੇ, ਫਿਰ ਕਿਸਾਨ ਸੰਘਰਸ਼ ਖੜ੍ਹਾ ਹੋਵੇ, ਫਿਰ ਉਹ ਕਿਸਾਨ ਸੰਘਰਸ਼ ਖੜ੍ਹਾ ਹੋਊਗਾ। ਫਿਰ ਜਿਹੜੇ ਇਹਨਾਂ ਦੀਆਂ ਨਾਕਾਮੀਆਂ 4 ਸਾਲ ਦੀਆਂ, ਭ੍ਰਿਸ਼ਟਾਚਾਰ ਹੈ, ਭ੍ਰਿਸ਼ਟਾਚਾਰ ਦੀ ਦਲਦਲ ਦੇ ਵਿੱਚ ਫਸੇ ਹੋਏ ਇਹਨਾਂ ਦੇ ਵਿਧਾਇਕ ਹੈ, ਸ਼ਰਾਬਾਂ ਦੀਆਂ ਫੈਕਟਰੀਆਂ ਵਾਲੇ ਵਿਧਾਇਕ ਹੈ। ਸੋ ਉਹ ਸਾਰਾ ਕੁਛ ਇਹ ਜਿਹੜਾ ਆਰਡੀਨੈਂਸ ਦੀ ਅੱਗ ਖੜੀ ਹੋਊਗੀ, ਕਿਸਾਨ ਲਾਉਣਗੇ, ਉਹਦੇ ਵਿੱਚ ਇਸ ਭੱਠੀ ਦੇ ਵਿੱਚ ਇਹਨਾਂ ਦਾ ਭ੍ਰਿਸ਼ਟਾਚਾਰੀ ਜਿਹੜਾ ਸਿਸਟਮ ਹੈ ਉਹ ਵੀ ਅਸੀਂ ਇਸ ਭੱਠੀ ਦੇ ਵਿੱਚ ਫੂਕ ਦਾਂਗੇ। ਮੈਨੂੰ ਇਹ ਲੱਗਦਾ ਕਿ ਅੱਜ ਜਿਹੜਾ ਇੱਥੇ ਮੋਰਚਾ ਲਾਇਆ, ਇਹਨਾਂ ਨੇ ਧਰਨਾ ਦਿੱਤਾ ਜਾਂ ਜੋ ਵੀ ਦਿੱਤਾ ਹੈ, ਇਹ ਕਿਹੜੇ ਮੂੰਹ ਦੇ ਨਾਲ ਉਹ ਧਰਨਾ ਦੇ ਰਹੇ ਹੈ ਜੀ? ਪੰਜਾਬ ਲੁੱਟਿਆ, ਕੁੱਟਿਆ, ਚੱਟਿਆ, ਚੁੰਡਿਆ ਉਹ ਤਾਂ ਇਹਨਾਂ ਨੇ ਹੈ, ਜਾਂ ਬਾਦਲੀਆਂ ਨੇ ਹੈ, ਜਾਂ ਬਾਦਲਦਿਆਂ ਨੇ ਹੈ, ਜਾਂ ਕਾਂਗਰਸੀਆਂ ਨੇ ਹੈ। ਇਹ ਦੱਸਣ ਦਾ ਸਹੀ ਅੱਜ ਪੰਜਾਬ ਜਿਹੜਾ ਅੱਜ ਇੱਥੇ ਪਹੁੰਚਿਆ ਹੈ, ਪੰਜਾਬ ਦੇ ਨੌਜਵਾਨ ਅੱਜ ਉੱਤੇ ਠੰਡ ਦੀਆਂ ਰਾਤਾਂ ਕੱਟ ਰਹੇ ਹੈ, ਇਹ ਦੱਸਣ ਕਾਂਗਰਸੀਏ ਜਾਂ ਬਾਦਲੀਏ ਵੀ ਪੰਜਾਬ ਨੂੰ ਉਰੇ ਤੱਕ ਪਹੁੰਚਾਉਣ ਦੇ ਵਿੱਚ ਰੋਲ ਕਿਹਦਾ ਹੈ। ਸੋ ਇਸ ਕਰਕੇ ਪੰਜਾਬ ਦੇ ਹਰ ਨੌਜਵਾਨ ਨੇ ਜਦ ਸ਼ੰਭੂ ਵੱਲ ਦੇਖਿਆ ਕਿ ਇੱਥੇ ਕੌਣ ਬੈਠ ਗਿਆ ਕਿ, ਤਾਂ ਉਹ ਬੜੇ ਮਨ ਉਹਨਾਂ ਦੇ ਗਮਗੀਨ ਸੀ ਕਿ ਉਹੀ ਲਟੇਰੇ ਸ਼ੰਭੂ ਅੱਜ ਧਰਨਾ ਦੇ ਰਹੇ ਆ। ਦੇ ਕਿਹਦੇ ਖਿਲਾਫ ਰਹੇ ਆ ਇਹ ਉਹਨਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ। ਬਿਲਕੁਲ, ਪਰ ਕੁਝ ਸਵਾਲ ਹੋਰ ਵੀ ਨੇ ਜੋ ਸੰਗਤ ਦੇ ਜ਼ਿਹਨ ਦੇ ਵਿੱਚ ਵੀ ਆ ਰਹੇ ਨੇ, ਆਮ ਲੋਕਾਂ ਦੇ ਸਾਨੂੰ ਵੀ ਕਾਲਸ ਆਈਆਂ ਨੇ ਕਿ ਸ਼ੰਭੂ ਮੋਰਚੇ ਦੇ ਉੱਤੇ ਤਾਂ ਤੁਸੀਂ ਹਮੇਸ਼ਾ ਮੰਚ 'ਤੇ ਨਜ਼ਰ ਆਏ ਹੋ, ਦੀਪ ਦੇ ਨਾਲ ਵੀ ਦੇਖੇ ਹੋ, ਪਰ ਜਦੋਂ ਦੇ ਦਿੱਲੀ ਆਪਣੇ ਆ ਉਦੋਂ ਤੁਸੀਂ ਬੇਸ਼ੱਕ ਸਟੇਜ ਦੇ ਪਿੱਛੇ ਬੈਠ ਕੇ ਸੇਵਾ ਕਰਦੇ ਹੋਏ ਨਜ਼ਰ ਆਏ ਹੋ।
ਪਰ ਦੁਬਾਰਾ ਤੋਂ ਤੁਸੀਂ ਦੀਪ ਦੇ ਨਾਲ ਨਜ਼ਰ ਨਹੀਂ ਆਏ, ਉਹਦਾ ਕੀ ਕਾਰਨ ਹੈ? ਜਾਂ ਵੈਸੇ ਹੀ ਸੇਵਾ ਚੱਲ ਰਹੀ ਹੈ, ਕਿਸ ਵੱਲੋਂ ਚੱਲ ਰਹੀ ਹੈ, ਜਾਂ ਤੁਸੀਂ ਆਪ ਸੇਵਾ ਕਰ ਰਹੇ ਹੋ? ਉਹ ਅਸਲ 'ਚ ਮੈਂ NRI ਵੀ ਹਾਂ ਜੀ, ਮੈਂ ਨਿਊਜ਼ੀਲੈਂਡ ਦਾ ਪਰਮਾਨੈਂਟ ਰੈਜ਼ੀਡੈਂਸੀ ਵੀ ਹਾਂ, ਅਤੇ ਮੈਨੂੰ ਉੱਥੇ ਮੈਂ ਸਿੱਖ ਕੌਂਸਲ ਆਫ ਨਿਊਜ਼ੀਲੈਂਡ ਦਾ ਵਾਈਸ ਪ੍ਰਧਾਨ ਵੀ ਹਾਂ, ਦੇਸ਼ ਪੰਜਾਬ ਸਪੋਰਟਸ ਕਲੱਬ ਦਾ ਮੈਂ ਪ੍ਰੈਜ਼ੀਡੈਂਟ ਵੀ ਹਾਂ, ਅਤੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਪਾਪਾ ਟੋਏ ਟੋਏ ਦਾ ਮੈਂ ਟਰਸਟੀ ਵੀ ਹਾਂ। ਬਟ ਮੈਨੂੰ ਮੇਰੇ ਸਿੱਖ ਕੌਂਸਲ ਵਾਲੇ ਵੀਰਾਂ ਨੇ ਕਿਹਾ ਕਿ ਆਪਾਂ ਆਪਣੀ ਸਿੱਖ ਕੌਂਸਲ ਵੱਲੋਂ ਇੱਥੇ ਲਗਾਤਾਰ ਜਿਹੜੀ ਹੈਗੀ ਹੈ, ਜਿਵੇਂ ਗੁਰੂ ਕੇ ਲੰਗਰ ਤਾਂ ਬਹੁਤ ਚੱਲ ਰਹੇ ਹੈ, ਲੇਕਿਨ ਮੁੱਢਲੀਆਂ ਚੀਜ਼ਾਂ ਜਿਵੇਂ ਪੇਸਟ, ਬਰੱਸ਼, ਤੇਲ, ਕੰਘਾ, ਸੋ ਇਹੋ ਜਿਹੀਆਂ ਸਾਬਣ ਸੁਬਣ ਵੀ ਇਹੋ ਜਿਹੀਆਂ ਚੀਜ਼ਾਂ ਆਪਾਂ ਦਈਏ। ਹੁਣ ਸਿੱਖ ਕੌਂਸਲ ਵੱਲੋਂ ਵੀ, ਬਲਕਿ ਕੱਲ੍ਹ ਤੋਂ ਅਸੀਂ ਨਾਲ ਪੰਥਕ ਅਕਾਲੀ ਲਹਿਰ ਵੱਲੋਂ ਅਸੀਂ ਇੱਦਾਂ ਦਾ ਇਹ ਸਮਾਨ ਉੱਥੇ ਦੇ ਰਹੇ ਹਾਂ। ਰਹੀ ਜਿਹੜੀ ਤੁਸੀਂ ਗੱਲ ਕਹੀ ਹੈ, ਅੱਛਾ, ਇਹਦੇ ਵਿੱਚ ਜ਼ਿਆਦਾ ਯੋਗਦਾਨ ਨਿਊਜ਼ੀਲੈਂਡ ਤੋਂ ਯੋਗਦਾਨ ਚਲੋ ਜਿੰਨਾ ਕੁ ਹੈ ਥੋੜ੍ਹਾ ਹੈ, ਅਤੇ ਜ਼ਿਆਦਾ ਯੋਗਦਾਨ ਮੈਨੂੰ ਪੰਜਾਬ ਦੇ ਸਾਡੇ ਸੱਜਣਾ ਮਿੱਤਰਾਂ ਨੇ, ਮਤਲਬ ਇਹ ਨਹੀਂ ਹੈ ਉੱਥੋਂ ਵੀ ਇੱਥੋਂ ਵੀ ਰਲ ਮਿਲ ਕੇ ਸਾਰੇ ਸੰਗਤ ਸੇਵਾ ਕਰ ਰਹੀ ਹੈ, ਕੋਈ ਇੱਕ ਦਾ ਨਹੀਂ ਹੈ, ਇਕੱਲੇ ਨਿਊਜ਼ੀਲੈਂਡ ਵਾਲਿਆਂ ਦਾ ਨਹੀਂ, ਇੱਥੋਂ ਵੀ ਸੰਤ ਮਹਾਂਪੁਰਖ ਵੀ ਦੇ ਰਹੇ ਹੈ। ਉਹ ਤੋਂ ਬਾਅਦ ਮੈਂ ਜਿਹੜੀ ਗੱਲ ਕਰਨ ਲੱਗਿਆ, ਤੁਸੀਂ ਕਿਹਾ ਵੀ ਦਿਖਦੇ ਨਹੀਂ, ਇੱਕ ਤਾਂ ਮੈਂ ਸੇਵਾ ਸਟੇਜ ਦੇ ਪਿਛਲੇ ਪਾਸੇ ਆਪਣੀ ਉਹ ਸ਼ੁਰੂ ਕਰਤੀ ਸੀ। ਦੀਪ ਨੂੰ ਤਕਰੀਬਨ ਮਿਲਦਾ ਰਹਿਣਾ, ਮੈਂ ਪਿਛਲੇ 5-6 ਦਿਨ ਪਹਿਲਾਂ ਵੀ ਮੇਰੀ ਗੱਲ ਹੋਈ ਸੀ, ਬਲਕਿ ਆ ਜਿਹੜੀ ਕੱਲ੍ਹ ਪਰਸੋਂ ਇਹਨਾਂ ਦੀ ਇੰਟਰਵਿਊ ਕੋਈ ਆਈ ਹੈ ਲੱਖੇ ਨਾਲ ਸਾਂਝੀ, ਮੈਂ ਤਾਂ ਇਸ ਮੀਟਿੰਗ ਤੋਂ 5 ਦਿਨ ਪਹਿਲਾਂ ਵੀ ਦੀਪ ਨੂੰ ਮਿਲ ਕੇ ਆਇਆ। 5-6 ਦਿਨ ਪਹਿਲਾਂ ਮੈਂ ਉਹਨੂੰ ਕਿਹਾ ਵੀ ਸੀਗਾ ਕਿ ਅੱਜ ਲੋੜ ਹੈ ਕਿ ਤੂੰ ਲੱਖੇ ਨਾਲ ਥੋੜ੍ਹਾ ਜਿਹਾ ਲੱਖਾ 'ਤੇ ਤੁਸੀਂ ਕੋਈ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਕੰਮ ਕਰੋ, ਤਾਂ ਕਿ ਪੰਜਾਬ ਦੇ ਜਿਹੜੇ ਨੌਜਵਾਨ ਹੈ ਉਹ ਕਿਸੇ ਉਸ ਸੰਦਰਭ ਵੱਲ ਜਾਣ। ਔਰ ਤੁਸੀਂ ਸ਼ਾਇਦ ਸੋਚਿਆ ਦੇਖਿਆ ਹੋਏਗਾ ਕਿ ਜਦੋਂ ਅਸੀਂ ਸ਼ੰਭੂ ਮੋਰਚਾ ਵੀ ਲਾਇਆ ਹੋਇਆ ਸੀ, ਅਸੀਂ ਤਾਂ ਉਦੋਂ ਵੀ ਦੀਪ ਨੂੰ ਨਾਲ ਲੈ ਕੇ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜਿਹੜੇ ਪੰਜਾਬ ਦੇ ਇੱਕ ਕੁੰਜੀਬੱਤ ਲੀਡਰ ਹੈ, ਜਿਨ੍ਹਾਂ ਦੇ ਵਿੱਚ ਭਾਵੇਂ ਖਹਿਰਾ ਸਾਹਿਬ ਸੀ, ਮੈਂ ਸੋਨੀ, ਹੋਰ ਸਾਰੇ, ਵੀ ਅਸੀਂ ਇਹਨਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰਾਂਗੇ। ਸਾਡਾ ਤਾਂ ਉਦੋਂ ਵੀ ਯਤਨ ਸੀ, ਅਤੇ ਮੈਂ ਦੀਪ ਜੀ ਨੂੰ ਹੁਣ ਵੀ ਸਲਾਹ ਦੇ ਕੇ ਆਇਆ ਸੀਗਾ ਕਿ ਲੱਖੇ ਨੂੰ ਤੁਸੀਂ ਨਾਲ ਲੈ ਕੇ ਚੱਲੋ, ਤਾਂ ਕਿ ਪੰਜਾਬ ਦੇ ਵਿੱਚ ਕੋਈ ਵਧੀਆ ਇੱਕ ਨਵੀਂ ਲੀਡਰਸ਼ਿਪ ਉੱਭਰ ਕੇ ਆਵੇ, ਇੱਕ ਨਵਾਂ, ਕਿਉਂਕਿ ਇਹੀ ਸੇਮ ਗੱਲ ਵਿਦੇਸ਼ਾਂ ਦੇ ਵਿੱਚ ਜਿਹੜੀ ਸੰਗਤ ਬੈਠੀ ਉਹ ਵੀ ਚਾਹੁੰਦੀ ਸੀਗੀ ਕਿ ਜਿਹੜੀ ਨੌਜਵਾਨ ਪੀੜ੍ਹੀ ਹੁਣ ਅੱਗੇ ਆਈ ਹੈ ਉਹ ਇਕਜੁੱਟ ਇਕਮੁੱਠ ਹੋਣ, ਅਤੇ ਇੱਕ ਨਵੀਂ ਇਸ ਜਿਹੜਾ ਇੱਕ ਨਵਾਂ ਜੋਸ਼ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਮੋਰਚੇ ਦੇ ਨਾਲ, ਉਸ 'ਚ ਇੱਕ ਨਵੀਂ ਲੀਡਰਸ਼ਿਪ ਚੰਗੀ ਸੁਹਿਰਦ ਉੱਭਰ ਕੇ ਆਵੇ, ਪੜ੍ਹੀ ਲਿਖੀ ਲੀਡਰਸ਼ਿਪ ਸਾਹਮਣੇ ਆਵੇ। ਪਰ ਇੰਟਰਵਿਊ ਦੀ ਜਿਹੜੀ ਤੁਸੀਂ ਗੱਲ ਕੀਤੀ, ਉਸ ਤੋਂ ਬਾਅਦ ਜੋ ਵਿਵਾਦ ਹੋਇਆ, ਜੋ ਦੀਪ ਸਿੱਧੂ ਨੇ ਪਹਿਲਾਂ ਕਿਹਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਦੁਬਾਰਾ ਤੋਂ ਲਾਈਵ ਹੋ ਕੇ ਮਾਫੀ ਮੰਗੀ, ਕਿਸੇ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ, ਮੈਂ ਤਾਂ ਹੱਥ ਬੰਨ੍ਹ ਕੇ ਮਾਫੀ ਮੰਗਦਾ, ਜਦ ਕਿ ਮੈਨੂੰ ਲੱਗਦਾ ਕਿ ਹਰ ਕਿਸੇ ਦੀ ਆਪਣੀ ਇੱਕ ਸੋਚ ਹੁੰਦੀ ਆ। ਦੀਪ ਨੇ ਜੋ ਗੱਲਾਂ ਕਹੀਆਂ, ਉਹਨਾਂ ਨੇ ਆਪਣੀ ਸੋਚ ਦੇ ਮੁਤਾਬਿਕ ਕਹੀਆਂ, ਜੋ ਸਿਚੁਏਸ਼ਨ ਉਹਨਾਂ ਨੂੰ ਲੱਗ ਰਹੀ ਸੀ। ਤੁਸੀਂ ਉਸ ਨੂੰ ਕਿੱਦਾਂ ਦੇਖ ਰਹੇ ਹੋ? ਮੇਰਾ ਨਾ ਅਸਲ 'ਚ ਪ੍ਰੀਤ ਜੀ, ਮੈਂ ਕਿਸੇ ਨੂੰ ਕਟਾਰਸ ਨਹੀਂ ਕਰਦਾ ਹੁੰਦਾ ਜੀ। 2012 ਦੇ ਵਿੱਚ ਅਸੀਂ ਮਨਪ੍ਰੀਤ ਬਾਦਲ ਨਾਲ ਸੀਗੇ, ਮੈਂ ਵੀ ਸੀਗਾ, ਅਤੇ ਲੱਖਾ ਸਿਧਾਣਾ ਵੀ ਸੀ। ਮੈਂ ਪਟਿਆਲੇ ਸ਼ਹਿਰ ਤੋਂ ਚੋਣ ਲੜੀ ਸੀ, ਲੱਖੇ ਨੇ ਰਾਮਪੁਰੇ ਫੂਲ ਤੋਂ ਲੜੀ ਸੀ। ਸਾਡੀ ਇੰਨੀ ਕਿ ਮਿੱਤਰਚਾਰਾ ਸੀ ਕਿ ਅਸੀਂ ਇੱਕ ਪਾਰਟੀ 'ਚੋਂ ਚੋਣ ਲੜੀ ਸੀ। ਉਦੋਂ ਬਾਅਦ ਕੋਈ ਛੋਟੀਆਂ ਇਲੈਕਸ਼ਨਾਂ ਦੇ ਵਿੱਚ ਲੱਖੇ ਸਿਧਾਣੇ ਨਾਲ ਉੱਥੇ ਝਗੜਾ ਹੋ ਗਿਆ, ਕੋਈ ਕਤਲ ਕੁਤਲ ਹੋ ਗਿਆ, ਅਤੇ ਉਹ ਲੱਖਾ ਉੱਥੋਂ ਐਜ਼ ਏ ਮਿੱਤਰਚਾਰਾ ਮੇਰੇ ਕੋਲ ਆ ਗਿਆ, ਅਤੇ ਮੈਂ ਤਾਂ ਉਦੋਂ ਲੱਖੇ ਦੀ ਵੀ ਜਿੰਨੀ ਕੁ ਹੋਈ, ਹਾਲਾਂਕਿ ਦੂਜੇ ਪਾਸੇ ਮਲੂਕਾ ਸੀਗਾ ਮਿਨਿਸਟਰ, ਅਤੇ ਇਹ ਜਦੋਂ ਆਏ ਔਖਾ ਸਮਾਂ ਸੀ, ਮੈਂ ਤਾਂ ਜਿੰਨੀ ਕੁ ਹੋਈ ਲੱਖੇ ਦੀ ਵੀ ਹੈਲਪ ਕੀਤੀ, ਹਾਲਾਂਕਿ ਪਿੱਛੇ ਪੁਲਿਸ ਦਾ ਜ਼ੋਰ ਸੀ, ਪੁਲਿਸ ਲੱਗੀ ਹੋਈ ਸੀ। ਲੱਖਾ ਕਦੀ ਤੁਹਾਡੇ ਨਾਲ ਦਿਖਿਆ ਤਾਂ ਹੈ ਨਹੀਂ? ਚਲੋ ਮੈਂ ਉਹੀ ਅੱਜ ਠੀਕ ਹੈ, ਇਹ ਉਹ ਪੰਜਾਬ ਦੇ ਨੌਜਵਾਨਾਂ ਦਾ ਹੀਰੋ ਹੈ, ਅਤੇ ਉਹਨੂੰ ਬਣਨਾ ਵੀ ਚਾਹੀਦਾ ਹੀਰੋ। ਸੋ ਮੇਰਾ ਇੱਕ ਸੁਭਾਅ ਰਿਹਾ, ਮਤਲਬ ਜਦੋਂ ਕਦੇ ਲੋੜ ਪਵੇ ਤਾਂ ਮੈਂ ਉਹਦੇ ਕੰਮ ਆਉਣਾ। ਅਤੇ ਅੱਜ ਹਾਲਾਤ ਇਹ ਹੈ, ਮੈਂ ਲੱਖੇ ਨੂੰ ਜ਼ਰੂਰ ਸੁਝਾਅ ਦੇਵਾਂਗਾ ਕਿ ਜਿਹੜੀ ਆਪਣੀ ਲੈਂਗੁਏਜ ਹੈ ਨਾ, ਉਹ ਥੋੜ੍ਹੀ ਜਿਹੀ ਨਿਮਰਤਾ ਵਾਲੀ ਰੱਖੇ। ਮੈਂ ਪਰਸੋਂ ਲੱਖੇ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ, ਉਹਦੇ ਵਿੱਚ ਸਰਦਾਰ ਅਜਮੇਰ ਸਿੰਘ ਦੇ ਬਾਰੇ ਵੀ ਅਲਫਾਜ਼ ਅਜਿਹੇ ਵਰਤਣੇ, ਮਤਲਬ ਮੇਰਾ ਛੋਟਾ ਭਰਾ ਹੋਊਗਾ ਉਮਰ ਦੇ ਵਿੱਚ, ਮੈਂ ਕਹਿ ਕੂ ਦਿੰਦਾ, ਮੈਂ ਡਰਦਾ ਡੁਰਦਾ ਤਾਂ ਹੈ ਨਹੀਂ। ਇਸੇ ਤਰ੍ਹਾਂ ਮੈਂ ਮਤਲਬ ਦੀਪ ਦੀ ਜਿੰਨੀ ਹੋ ਸਕੀ ਆਪਾਂ ਨੇ ਕੀਤੀ, ਅਤੇ ਅੱਜ ਵੀ ਮੈਂ ਚਾਹੁੰਦਾ ਕਿ ਚੰਗੇ ਵਧੀਆ ਯੰਗ ਨੌਜਵਾਨ ਅੱਗੇ ਆਉਣ, ਤਾਂ ਕਿ ਜਿਹੜਾ ਭ੍ਰਿਸ਼ਟਾਚਾਰੀ ਤੰਤਰ ਹੈ ਇਹ ਖਤਮ ਹੋਵੇ। ਮੇਰਾ ਸ਼ੁਰੂ ਤੋਂ ਇੱਕ ਇਹ ਰਿਹਾ, ਏਮ ਰਿਹਾ ਕਿ ਪੰਜਾਬ ਦੇ ਵਿੱਚ ਇੱਕ ਤੀਜੀ ਧਿਰ ਉੱਭਰੇ। ਜਦੋਂ ਆਮ ਆਦਮੀ ਪਾਰਟੀ ਆਈ ਸੀਗੀ, ਅਸੀਂ ਤਾਂ ਉਹਨਾਂ ਨੂੰ ਵੀ ਐਪਰੀਸ਼ੀਏਟ ਕੀਤਾ ਸੀ ਕਿ ਪੰਜਾਬ ਦੇ ਵਿੱਚ ਇੱਕ ਚੰਗਾ ਆਵਾਮ ਆਵੇ, ਲੇਕਿਨ ਕਿਤੇ ਨਾ ਕਿਤੇ ਉਹੀ
ਭ੍ਰਿਸ਼ਟਾਚਾਰੀ ਮੰਤਰੀਆਂ ਸੰਤਰੀਆਂ ਦੇ ਮੁੰਡੇ ਕੁੜੀਆਂ ਜਦੋਂ ਉਹਨਾਂ ਨੇ ਲੈ ਲਏ ਤਾਂ ਉਹਨਾਂ ਨੂੰ ਵੀ ਨੁਕਸਾਨ ਝੱਲਣਾ ਪਿਆ। ਹੋ ਸਕਦਾ ਹੈ ਕਿ ਉਹ ਚੰਗੇ ਹਾਲਾਤ ਪੈਦਾ ਕਰਨ। ਅਸੀਂ ਤਾਂ ਸਾਰਿਆਂ ਲਈ ਹੀ ਚੰਗਾ ਸੋਚਦੇ ਹਾਂ, ਪਰੰਤੂ ਮੈਨੂੰ ਇੱਕ ਗੱਲ ਜ਼ਰੂਰ ਲੱਗਦੀ ਹੈ ਕਿ ਦੀਪ ਜੀ ਨੇ ਜੇ ਉਹਦੇ ਬਾਰੇ ਕੋਈ ਮਤਲਬ ਮਹਿਸੂਸ ਕੀਤਾ ਕਿ ਮੇਰੇ ਤੋਂ ਕੱਲ੍ਹ ਗਲਤ ਗੱਲ ਜਿਹੜੀ ਹੈਗੀ ਉਹ ਕਿਸੇ ਹੋਰ ਵਹਿਣ ਦੇ ਵਿੱਚ ਨਿਕਲ ਗਈ ਤਾਂ ਮਾफ़ੀ ਮੰਗਣੀ ਵੀ ਇੱਕ ਚੰਗੇ ਬੰਦੇ ਦਾ ਕਿਰਦਾਰ ਹੁੰਦਾ। ਜੇ ਅੱਜ ਰਾਜੇਵਾਲ ਸਾਹਿਬ ਤੋਂ ਕੋਈ ਗੱਲ ਕਹੀ ਗਈ, ਔਰ ਮੈਂ ਬੜੀ ਵਧੀਆ ਗੱਲ ਕਹਿਣਾ ਕਿ ਰਾਜੇਵਾਲ ਸਾਹਿਬ ਵੀ ਅੱਜ ਆਪਣੇ ਬਿਆਨ ਨੂੰ ਚੰਗੀ ਤਰ੍ਹਾਂ ਦੇਖਣ, ਸੋਚਣ ਕਿ ਜਿਹੜੀਆਂ ਪੀਲੀਆਂ ਝੰਡੀਆਂ ਇਹ ਖਾਲਸੇ ਦਾ ਨਿਸ਼ਾਨ ਹੈ। ਜੇ ਅੱਜ ਮੋਦੀ ਮੀਡੀਆ ਕਹਿਣ ਲੱਗ ਗਿਆ ਕਿ ਪੀਲੀਆਂ ਝੰਡੀਆਂ ਨਾਲ ਖਾਲਿਸਤਾਨ ਬਣ ਗਿਆ, ਕੱਲ੍ਹ ਨੂੰ ਕਹਿਣ ਲੱਗਣਗੇ ਕਿ ਜੀ ਤੁਹਾਡੇ ਤਾਂ ਪਿੰਡਾਂ ਦੇ ਵਿੱਚ ਕੇਸਰੀ ਨਿਸ਼ਾਨ ਝੂਲਦੇ ਆ, ਪੰਜਾਬ 'ਚ ਖਾਲਿਸਤਾਨ ਬਣ ਗਿਆ। ਸੋ ਇਸ ਕਰਕੇ ਇਕੱਲੇ ਕਿਸਾਨ ਯੂਨੀਅਨ ਦਾ ਪ੍ਰੋਟੈਸਟ ਨਹੀਂ ਹੈ, ਇਹ ਕਿਸਾਨਾਂ ਦਾ ਪ੍ਰੋਟੈਸਟ ਹੈ, ਇਹ ਪੰਜਾਬੀਆਂ ਦਾ ਪ੍ਰੋਟੈਸਟ ਹੈ, ਇਹ ਹਰ ਤਬਕੇ ਦਾ ਪ੍ਰੋਟੈਸਟ ਹੈ। ਇਸ ਕਰਕੇ ਸਾਨੂੰ ਵੀ ਇਹ ਆਪਣੇ ਆਪ ਦੇ ਵਿੱਚ ਨਾ ਜੀ ਉਹ ਨਹੀਂ ਰੱਖਣਾ ਚਾਹੀਦਾ ਕਿ ਹਰੀਆਂ ਪੱਗਾਂ ਤੋਂ ਬਗੈਰ ਕੋਈ ਉਰੇ ਆ ਨਹੀਂ ਸਕਦਾ। ਸੋ ਇਹ ਥੋੜ੍ਹਾ ਜਿਹਾ ਸਾਡੇ ਕਿਸਾਨ ਆਗੂਆਂ ਨੂੰ ਵੀ ਸੋਚਣਾ ਚਾਹੀਦਾ। ਮੈਂ ਤਾਂ ਨਾ, ਤੁਸੀਂ ਦੇਖਿਓ, ਮੈਂ ਤਾਂ ਉਦਣ ਦਾ ਸਟੇਜ ਦੇ ਮੂਹਰੇ ਵੀ ਨਹੀਂ ਗਿਆ ਜੀ। ਮੈਂ ਟਾਈਮ ਦਾ ਚਲੋ ਇੱਕ ਪਾਸੇ ਰਹਿ ਗਿਆ ਵੀ ਕਿਤੇ ਆਏ ਨਾ ਕਹਿ ਦੇਣ ਜੀ ਤੁਸੀਂ ਫਲਾਣੀ ਪਾਰਟੀ ਨਾਲ ਹੈ। ਮੈਂ ਤਾਂ ਬਹੁਤ ਡਰ ਕੇ ਪਿੱਛੇ ਸੇਵਾ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ। ਰਾਜੇਵਾਲ ਨੇ ਜੋ ਵੀ ਬਿਆਨ ਦਿੱਤਾ, ਤੁਸੀਂ ਜਿਸ ਦਾ ਹੁਣ ਜ਼ਿਕਰ ਕੀਤਾ, ਜੋ ਇਸ ਵੇਲੇ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ, ਮੰਚ ਸਾਂਭ ਰਹੇ ਨੇ, ਤੁਸੀਂ ਬਹੁਤ ਨੇੜਿਓਂ ਦੇਖ ਰਹੇ ਹੋ ਸਭ ਕੁਝ। ਉੱਥੇ ਜੋ ਕੁਝ ਵਾਪਰ ਰਿਹਾ, ਕਿਉਂਕਿ ਜੋ ਮੋਰਚਾ ਲੱਗਿਆ ਹੈ ਉਹ ਤਾਂ ਅਸੀਂ ਪਹਿਲਾਂ ਤੋਂ ਹੀ ਕਹਿੰਦੇ ਆਏ ਹਾਂ ਕਿ ਦਿੱਲੀ ਦੀ ਹਿੱਕ 'ਤੇ ਜੋ ਹੋ ਰਿਹਾ ਉਹ ਤਾਂ ਇੱਕ ਕਲਾ ਹੀ ਵਰਤ ਰਹੀ ਹੈ ਪਰਮਾਤਮਾ ਵੱਲੋਂ। ਪਰ ਸਿਆਸਤ ਜੋ ਇਸ ਕਲਾ ਦੇ ਪਿੱਛੇ ਚੱਲ ਰਹੀ ਹੈ, ਜੋ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਤੁਹਾਨੂੰ ਕਿਹਦੇ ਵੱਲੋਂ ਲੱਗ ਰਹੀ ਹੈ? ਕਿੱਦਾਂ ਦੀ ਸਿਆਸਤ ਉੱਥੇ ਗੰਢ ਤੁੱਪਦੀ ਹੋ ਰਹੀ ਹੈ? ਕਿਉਂ ਕੁਝ ਆਗੂਆਂ ਨੂੰ ਮਨਾ ਕਰ ਦਿੱਤਾ ਜਾਂਦਾ? ਜਿੱਦਾਂ ਪਹਿਲਾਂ ਦੀਪ ਸਿੱਧੂ ਨੂੰ ਵੀ ਮਨਾ ਕੀਤਾ ਗਿਆ ਮੰਚ 'ਤੇ ਨਹੀਂ ਜਾਣਾ, ਲੱਖਾ ਸਿਧਾਣਾ ਨੂੰ ਵੀ ਮਨਾ ਕੀਤਾ ਗਿਆ ਮੰਚ 'ਤੇ ਨਹੀਂ ਜਾਣਾ, ਅਤੇ ਹੁਣ ਆਪਣੇ ਹਿਸਾਬ ਦੇ ਨਾਲ ਹਰ ਕਿਸੇ ਨੂੰ ਮੰਚ ਉੱਤੇ ਆਉਣ ਦੀ ਇਜਾਜ਼ਤ ਦਿੱਤੀ ਵੀ ਜਾਂਦੀ ਹੈ। ਪਰ ਕੁਝ ਆਗੂਆਂ ਨੂੰ ਅਜੇ ਵੀ ਪਿੱਛੇ ਰੱਖਿਆ ਗਿਆ ਹੈ। ਕੇਂਦਰ ਸਰਕਾਰ ਦੇ ਸਾਹਮਣੇ ਜੋ ਸ਼ਰਤਾਂ ਰੱਖੀਆਂ ਗਈਆਂ ਨੇ, ਯੈਸ ਔਰ ਨੋ 'ਚ ਜਵਾਬ ਚਾਹੀਦਾ ਹੈ। ਕੇਂਦਰ ਸਰਕਾਰ ਤਿਆਰ ਹੋ ਗਈ ਹੈ ਵੀ ਤੁਸੀਂ ਸਾਰੇ ਵਰਕੇ 'ਤੇ ਕਾਂਟਾ ਮਾਰ ਦਿਓ, ਸਾਨੂੰ ਖਾਲੀ ਪੇਪਰ ਦੇ ਦਿਓ, ਪਰ ਸਾਡੀ ਨੱਕ ਰੱਖ ਲਓ। ਕਿਸਾਨ ਜਥੇਬੰਦੀਆਂ ਅਜੇ ਵੀ ਯੈਸ ਔਰ ਨੋ 'ਤੇ ਅੜੀਆਂ ਹੋਈਆਂ ਨੇ, ਜਿਸ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ। ਸਿਆਸਤ ਤੁਹਾਨੂੰ ਕੀ ਲੱਗ ਰਿਹਾ ਕਿ ਕਿੱਦਾਂ ਦੀ ਸਿਆਸਤ ਮੰਚ ਤੋਂ ਹੋ ਰਹੀ ਹੈ, ਕਿੱਦਾਂ ਦੀ ਸਿਆਸਤ ਚੱਲ ਰਹੀ ਹੈ? ਕੀ ਇਸ ਦੇ ਪਿੱਛੇ ਤੁਹਾਨੂੰ ਕੋਈ ਓਝੀ ਰਣਨੀਤੀ ਲੱਗ ਰਹੀ ਹੈ? ਦੇਖੋ, ਮੈਂ ਜਦੋਂ ਲੋਕਾਂ ਦੇ ਵਿੱਚ ਅਸੀਂ ਜਾਂਦੇ ਹਾਂ ਤਾਂ ਉੱਥੇ ਇੱਕ ਸਵਾਲ ਆਮ ਉੱਠਦਾ ਹੈ ਕਿ ਸ਼ਾਇਦ ਕੋਈ ਨਵੀਂ ਕਿਸਾਨ ਜਥੇਬੰਦੀ ਬਣੇ, ਇੱਥੋਂ ਕੋਈ ਨਵੀਂ ਰਾਜਸੀ ਪਾਰਟੀ ਬਣੇ ਅਤੇ ਜਿਹੜੇ ਸਾਡੇ ਕਿਸਾਨ ਆਗੂ ਹੈ ਇਹ ਇਲੈਕਸ਼ਨਾਂ ਲੜਨਗੇ। ਬਲਕਿ ਮੈਂ ਤਾਂ ਕਹਿੰਦਾ ਚੰਗੇ ਨੌਜਵਾਨਾਂ ਨੂੰ ਇਲੈਕਸ਼ਨਾਂ ਲੜਨੀਆਂ ਚਾਹੀਦੀਆਂ। ਮੈਨੂੰ ਜਦੋਂ ਕੋਈ ਕਹਿੰਦਾ ਕਿ ਰਾਜਨੀਤੀ ਦੀ ਗੱਲ ਨਾ ਕਰੋ, ਮੈਂ ਕਹਿੰਦਾ ਰਾਜਨੀਤੀ ਦੀ ਗੱਲ ਤਾਂ ਕਰਨੀ ਚਾਹੀਦੀ ਹੈ। ਜੇ ਚੰਗੀ ਰਾਜਨੀਤਿਕ ਸਭ ਸਾਡੇ ਕੋਲ ਹੁੰਦੀ, ਚੰਗੀਆਂ ਰਾਜਨੀਤਿਕ ਧਿਰਾਂ ਸਾਡੇ ਕੋਲ ਹੁੰਦੀਆਂ ਤਾਂ ਇਹ ਬਿੱਲ ਕਿਉਂ ਪਾਸ ਹੁੰਦੇ? ਪਰੰਤੂ ਜੇਕਰ ਆਪਾਂ ਕਿਸੇ ਦੂਜੇ ਨੂੰ ਰੋਕਦੇ ਹਾਂ ਤਾਂ ਘੱਟੋ ਘੱਟ ਸਾਨੂੰ ਇੱਕ ਗੱਲ ਕਹਿ ਦੇਣੀ ਚਾਹੀਦੀ ਹੈ ਕਿ ਅਸੀਂ ਜਿੰਨੇ ਵੀ ਬੰਦੇ ਅੱਜ ਇਹ ਪ੍ਰੋਟੈਸਟ ਕਰ ਰਹੇ ਹੈ, ਅੱਜ ਇਹ ਐਜੀਟੇਸ਼ਨ ਚਲਾ ਰਹੇ ਹਾਂ, ਸਾਡੇ 'ਚੋਂ ਕੋਈ ਬੰਦਾ ਇਲੈਕਸ਼ਨ ਨਹੀਂ ਲੜੂਗਾ। ਅਤੇ ਦੂਜੀ ਗੱਲ, ਜਦੋਂ ਅਸੀਂ ਇੱਕ ਬੰਦੇ ਨੂੰ ਰੋਕਦੇ ਹਾਂ ਤਾਂ ਤੁਹਾਡੇ ਵਿੱਚ ਇੱਕ ਇਹੋ ਜਿਹਾ ਦਾਗੀ ਬੰਦਾ ਬੈਠਾ ਹੈ, ਅਜਮੇਰ ਸਿੰਘ ਲੱਖੋਵਾਲ, ਉਹਦੇ ਬੇਟੇ ਨੂੰ ਤੁਸੀਂ ਇੱਕ ਦਿਨ ਪ੍ਰਧਾਨਗੀ ਕਰਾ ਰਹੇ ਹੈ। 10 ਸਾਲ ਸਰਦਾਰ ਅਜਮੇਰ ਸਿੰਘ ਲੱਖੋਵਾਲ ਬਾਦਲ ਅਕਾਲੀ ਦਲ ਦੇ ਵਿੱਚ ਹੁੰਦੇ ਹੋਏ ਮੰਡੀਕਰਨ ਬੋਰਡ ਦੇ ਚੇਅਰਮੈਨ ਰਹੇ, ਔਰ ਉਹਨਾਂ ਨੇ 5.5-6 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ 'ਚੋਂ ਤੇਲ ਦਾ ਫੂਕਤਾ। ਕਿ ਇੱਕ ਵੀ ਕਿਸਾਨ ਦੇ ਕਿਸੇ ਧੀ ਪੁੱਤ ਨੂੰ ਨੌਕਰੀ ਦਈ ਹੋਵੇ ਮੰਡੀਕਰਨ ਬੋਰਡ ਦੇ ਵਿੱਚ ਟਿਪਸ 'ਤੇ ਦੱਸ ਦੇਣਗੇ? ਹੁਣ ਮੈਂ ਮਾफ़ ਕਰਨਾ, ਅੱਜ ਤੁਹਾਡੀ ਇੰਟਰਵਿਊ ਚੱਲੂਗੀ, ਹੋ ਸਕਦਾ ਮੈਨੂੰ ਵੀ ਬਹੁਤ ਬੰਦੇ ਗਾਲਾਂ ਕੱਢਣ ਕਿ ਕਿਸਾਨ ਸੰਘਰਸ਼ ਚੱਲ ਰਿਹਾ ਹੈ ਜੀ, ਇਹ ਗੱਲਾਂ ਕਰਨ ਵਾਲੀਆਂ ਨਹੀਂ। ਲੇਕਿਨ ਇੱਕ ਗੱਲ ਦਾ ਜਵਾਬ ਤਾਂ ਦਿਓ ਕਿ ਪਹਿਲਾਂ ਤਾਂ ਤੁਸੀਂ ਅਜਮੇਰ ਸਿੰਘ ਲੱਖੋਵਾਲ ਦੇ ਬੇਟੇ ਨੂੰ ਬਾਹਰ ਕਰਤਾ ਸੀ ਕਿ ਇਹ ਜੀ ਸਾਡੇ ਨਾਲ ਨਹੀਂ, ਲੇਕਿਨ ਹੁਣ ਤੁਸੀਂ ਉਹਨਾਂ ਤੋਂ ਪ੍ਰਧਾਨੀਆਂ ਕਰਾ ਰਹੇ ਹੈ। ਇਸ ਕਰਕੇ ਸਾਡੀ ਤਾਂ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਨੂੰ ਤਾਂ ਜੇ ਤੁਸੀਂ ਕਹੋਗੇ ਕਿ ਭਾਈ ਦਿੱਲੀ ਦਾ ਬਾਰਡਰ ਨਹੀਂ ਟੱਪਣਾ ਸੀ ਤਾਂ ਬਾਰਡਰ ਤੋਂ ਵੀ ਪਰੇ ਹਟਣ ਨੂੰ ਤਿਆਰ ਹੈ, ਤੁਸੀਂ ਪ੍ਰਾਪਤੀ ਕਰੋ, ਬਿੱਲ ਮਾਫ਼ ਕਰਾਓ। ਪਰੰਤੂ ਕੀ ਉਹ ਜਿਹੇ ਦਲਾਲ ਬੰਦੇ ਬਿੱਲ ਮਾਫ਼ ਕਰਾਉਣਗੇ ਜਿਨ੍ਹਾਂ ਨੂੰ ਤੁਸੀਂ ਵਿੱਚ ਬਿਠਾਉਂਦੇ ਹੋ, ਜਿਨ੍ਹਾਂ ਤੋਂ ਪ੍ਰਧਾਨੀਆਂ ਕਰਾਉਂਦੇ ਆ? ਰਾਜੇਵਾਲ ਸਾਹਿਬ ਦੀ ਤਾਂ ਅਸੀਂ ਅੱਜ ਵੀ ਚਲੋ ਸਿਫਤ ਕਰਦੇ ਹਾਂ ਕਿ ਜਦੋਂ ਕਾਨੂੰਨਾਂ ਦੀ ਗੱਲ ਹੁੰਦੀ ਹੈ ਉਹ ਮਿਨਿਸਟਰਾਂ ਦੇ ਮੂਹਰੇ ਟਿਪਸ ਦੇ ਉੱਤੇ ਗਿਣਾ ਦਿੰਦੇ ਆ, ਇਹੋ ਜਿਹੀ ਗੱਲ ਨਹੀਂ, ਉਹਨਾਂ ਦੀ ਕੁਰਬਾਨੀ ਹੈ। ਪਰੰਤੂ ਜੇਕਰ ਗੱਲ ਕਰੀਏ
ਕਿ ਨਾਅਰੇ ਨਹੀਂ ਲਾਉਣੇ ਜਾਂ ਝੰਡੇ ਨਹੀਂ ਲਾਉਣੇ ਜਾਂ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਰਾਜੇਵਾਲ ਸਾਹਿਬ ਤਾਂ ਬੇਅੰਤ ਸਿੰਘ ਨੂੰ ਵੀ ਸ਼ਹੀਦ ਮੰਨਦੇ ਨੇ, ਉਹਨਾਂ ਨੂੰ ਵੀ ਯਾਦ ਕਰਦੇ ਨੇ, ਤੇ ਹੁਣ ਝੰਡੇ ਨਹੀਂ ਲਾਣੇ। ਹੋਰ ਤਾਂ ਹੋਰ ਨਿਹੰਗ ਸਿੰਘ ਜਿਹੜੇ ਆ ਕੇ ਸਾਹਮਣੇ ਬੈਠੇ, ਨਿਹੰਗ ਸਿੰਘ ਫੌਜਾਂ ਨੂੰ ਘੋੜਿਆਂ ਨਾਲ ਜਿਹੜੀਆਂ ਉੱਥੇ ਪਹੁੰਚੀਆਂ ਨੇ ਉਹਨਾਂ ਤੱਕ ਨੂੰ ਉਹਨਾਂ ਨੇ ਨਿਸ਼ਾਨੇ ਤੇ ਲਿੱਤਾ। ਤੁਹਾਨੂੰ ਲੱਗਦਾ ਨਹੀਂ ਕਿ ਇਹ ਇੱਕ ਤਰੀਕੇ ਦੇ ਨਾਲ ਸਾਰੀ ਦੀ ਸਾਰੀ ਸਿੱਖ ਕੌਮ ਨੂੰ ਟਾਰਗੇਟ ਕੀਤਾ ਗਿਆ ਹੈ? ਤੇ ਜਦੋਂ ਮੋਰਚਾ ਇਹ ਟੁੱਟਿਆ, ਇੱਥੋਂ ਬੈਰੀਅਰ ਤੋੜਿਆ ਗਿਆ ਸ਼ੰਭੂ ਮੋਰਚੇ ਦਾ, ਤੁਸੀਂ ਉੱਥੇ ਸੀਗੇ, ਅਸੀਂ ਵੀ ਸਭ ਕਵਰ ਕੀਤਾ, ਉਦੋਂ ਟੀਅਰ ਗੈਸ ਦੇ ਗੋਲੇ ਸੁੱਟੇ ਜਾ ਰਹੇ ਸੀਗੇ। ਨੌਜਵਾਨਾਂ ਨੇ ਜਦੋਂ ਪਹਿਲੀ ਟਰਾਲੀ ਲੰਘਾਈ ਹੈ, ਪੱਥਰ ਦੀਆਂ ਸਲੈਬਾਂ ਸਾਈਡ ਕੀਤੀਆਂ ਨੇ, ਉੱਤੋਂ ਬੈਰੀਅਰ ਚੱਕ ਕੇ ਥੱਲੇ ਦਰਿਆ 'ਚ ਸੁੱਟੇ ਨੇ, ਤਾਂ ਤੁਸੀਂ ਜਾਣਦੇ ਹੋ ਨਾਅਰੇ ਕਿਹੜੇ ਗੂੰਜ ਰਹੇ ਸੀ, ਕਿਹੜੀਆਂ ਆਵਾਜ਼ਾਂ ਕੰਨਾਂ 'ਚ ਪੈ ਰਹੀਆਂ ਸੀ। ਜਿਹੜੇ ਨਾਅਰਿਆਂ ਨੂੰ ਅੱਜ ਉਹ ਬੰਦ ਕਰਾ ਰਹੇ ਆ ਉਹੀ ਨਾਅਰੇ ਪੈ ਰਹੇ ਸੀ। ਔਰ ਜਿਹੜੇ ਨੌਜਵਾਨਾਂ ਨੇ ਜੋਸ਼ ਨਾਲ ਉਹ ਖਿਲਾਇਆ, ਰਾਜੇਵਾਲ ਸਾਹਿਬ ਵੀ ਤਕਰੀਬਨ ਨੇੜੇ ਜਿਹਨੂੰ ਲੰਘੇ ਹੈ, ਤੇ ਉਹੀ ਮਤਲਬ ਨੌਜਵਾਨਾਂ ਨੇ ਉਹੀ ਨਾਅਰੇ ਲਾ ਕੇ ਖਿਲਾਏ। ਬਲਕਿ ਮੈਂ ਤਾਂ 27 ਤਰੀਕ ਨੂੰ ਵੀ ਉਰੇ ਸੀਗਾ ਜੀ, 27 ਤਰੀਕ ਨੂੰ 26 ਨਾਲੋਂ ਵੀ ਜ਼ਬਰਦਸਤ ਨਾਕਾ ਸੀਗਾ ਜਿਹੜਾ ਖਿਲਾਇਆ। ਔਰ 27 ਤਰੀਕ ਨੂੰ ਤਾਂ ਪੰਜਾਬ ਪੁਲਿਸ ਨੇ ਵੀ ਸਾਰੇ ਪੰਜਾਬ ਦੇ ਵਿੱਚ ਨਾਕੇ ਲਾਏ ਹੋਏ ਸੀ। 27 ਤਰੀਕ ਨੂੰ ਨਾਕਾ ਸ਼ੰਭੂ ਬਾਰਡਰ 'ਤੇ ਜ਼ਬਰਦਸਤ ਸੀਗਾ, ਤੇ ਸਾਡੇ ਕੋਲ ਕਰਾਊਡ ਘੱਟ ਸੀਗਾ, ਨੌਜਵਾਨ ਘੱਟ ਸੀਗੇ, ਲੇਕਿਨ ਫਿਰ ਵੀ ਜਲੰਧਰ ਵੱਲੋਂ ਜਾਂ ਆਲੇ ਦੁਆਲਿਓਂ ਇਹੋ ਜਿਹੇ ਨੌਜਵਾਨ ਆਏ ਮੁੰਡੇ, ਤੇ ਉਹਨਾਂ ਨੇ ਉਸ ਕਰੇਨਾਂ ਨਾਲ ਰੱਖੇ ਹੋਏ ਪੱਥਰ ਤੋੜੇ ਤੇ ਬੋਲੇ ਸੋਨੇਹਾਲ ਦੇ ਨਾਅਰੇ ਮਾਰੇ। ਸੋ ਇਸ ਕਰਕੇ ਮੀਡੀਆ ਨੇ ਤਾਂ ਇਹ ਦਿਖਾਉਣਾ ਹੀ ਹੈ, ਕਿਉਂਕਿ ਮੀਡੀਆ ਨੂੰ ਇਹ ਹੁੰਦਾ ਵੀ ਕਿ ਨੌਜਵਾਨਾਂ ਜੋਸ਼ ਕਿੱਥੋਂ ਆਉਂਦਾ। ਸੋ ਸਾਨੂੰ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅੱਜ ਇੱਕੋ ਇੱਕ ਸਾਡੇ ਕੋਲ ਝੰਡਾ ਹੈ ਜਿਹੜਾ ਹਰ ਮੁਲਕ ਦੇ ਵਿੱਚ ਲਾ ਸਕਦੇ ਹਾਂ, ਲੇਕਿਨ ਹਰ ਕੰਟਰੀ ਦਾ ਝੰਡਾ ਤੁਸੀਂ ਆਪਣਾ ਨੈਸ਼ਨਲ ਝੰਡਾ ਨਹੀਂ ਲਾ ਸਕਦੇ। ਸੋ ਇਸ ਕਰਕੇ ਝੰਡਾ ਲਾਉਣ ਦੀ ਮਨਾਹੀ ਨਹੀਂ ਹੋਣੀ ਚਾਹੀਦੀ। ਔਰ ਹੋਰ ਵੀ ਬੰਦਾ ਆਪਣਾ ਧਾਰਮਿਕ ਝੰਡਾ ਲਾ ਲਵੇ, ਅਸੀਂ ਕਿਹੜਾ ਹਟਾਉਂਦੇ ਹਾਂ। ਬਲਕਿ ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਅੱਜ ਮੋਦੀ ਨੇ ਕਿਸਾਨਾਂ ਦੇ ਉੱਤੇ ਨਹੀਂ ਹਮਲਾ ਕੀਤਾ ਇਹਨਾਂ ਬਿੱਲਾਂ ਰਾਹੀਂ, ਮੋਦੀ ਨੇ ਸਾਡੇ ਨੈਸ਼ਨਲ ਫਲੈਗ ਦੇ ਉੱਤੇ ਹਮਲਾ ਕੀਤਾ ਹੈ। ਇਹਨਾਂ ਨੂੰ ਚਾਹੀਦਾ ਹੈ ਕਿ ਕਿਸਾਨ ਝੰਡਿਆਂ ਦੇ ਨਾਲ ਨਾਲ ਆਪਣਾ ਜਿਹੜਾ ਭਾਰਤ ਦਾ ਨੈਸ਼ਨਲ ਝੰਡਾ ਹੈ, ਇਹ ਸਾਰੀ ਸਟੇਟ ਦੇ ਉੱਤੇ ਉਹ ਕਿਉਂ ਨਹੀਂ ਲਾਉਂਦੇ? ਅੱਜ ਭਾਰਤ ਦਾ ਜਿਹੜਾ ਨੈਸ਼ਨਲ ਝੰਡਾ ਹੈ, ਤਿਰੰਗਾ, ਅੱਜ ਉਹਦੇ ਉੱਤੇ ਹਮਲਾ ਕਰ ਰਿਹਾ ਮੋਦੀ। ਅੱਜ ਬੀਜੇਪੀ ਉਹਨੂੰ ਖਤਮ ਕਰਨਾ ਚਾਹੁੰਦੀ ਹੈ, ਭਗਵਾਂ ਝੰਡਾ ਲਾਉਣਾ ਚਾਹੁੰਦੀ ਹੈ। ਆਪਾਂ ਘੱਟੋ ਘੱਟ ਭਾਰਤ ਦੇ ਸੰਵਿਧਾਨ ਨੂੰ ਤਾਂ ਮੰਨਦੇ ਹਾਂ ਜੀ। ਸਾਡੇ ਕੋਲ ਪਾਸਪੋਰਟ ਤਾਂ ਭਾਰਤ ਦੇ ਸੰਵਿਧਾਨ ਦਾ ਹੈ, ਭਾਰਤ ਦੇ ਸੰਵਿਧਾਨ ਨੂੰ ਤਾਂ ਰਾਜੇਵਾਲ ਸਾਹਿਬ ਵੀ ਮੰਨਦੇ ਹੈ। ਇਹ ਘੱਟੋ ਘੱਟ ਕਿਸਾਨ ਹੀ ਉਹਨਾਂ ਦੇ ਝੰਡੇ ਨਾਲ ਇੱਕ ਨੈਸ਼ਨਲ ਝੰਡਾ ਵੀ ਲਾਉਣ ਆਪਣਾ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਇਹ ਨੈਸ਼ਨਲ ਝੰਡੇ ਨੂੰ ਵੀ ਖਤਮ ਕਰਨਾ ਚਾਹੁੰਦੇ ਆ। ਬਿਲਕੁਲ। ਤੇ ਦੂਸਰੇ ਪਾਸੇ ਇਹ ਨੈਸ਼ਨਲ ਝੰਡੇ ਨੂੰ ਦੇਖੋ, ਜੋ ਕੁਝ ਸਿਆਸਤ ਬੀਜੇਪੀ ਵੱਲੋਂ ਚੱਲੀ ਜਾ ਰਹੀ ਹੈ, ਬਹੁਤ ਹੱਥਕੰਡੇ ਅਪਣਾਏ ਜਾ ਰਹੇ ਨੇ। ਬੀਜੇਪੀ ਦੇ ਹੀ ਆਈਟੀ ਸੈੱਲ ਦੇ ਇੱਕ ਨੌਜਵਾਨ ਨੇ ਅਸਤੀਫਾ ਦਿੱਤਾ ਬਿਕੋਜ਼ ਗਲਤ ਖਬਰਾਂ ਨਸ਼ਰ ਬੀਜੇਪੀ ਵੱਲੋਂ ਕੀਤੀਆਂ ਜਾ ਰਹੀਆਂ ਸੀ, ਗਲਤ ਖਬਰਾਂ ਦਿਖਾਈਆਂ ਜਾ ਰਹੀਆਂ ਸੀ, ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋਈ ਉਹ ਵੀ ਨਿਊਜ਼। ਤੇ ਉਹ ਸਾਰੇ ਜਾਣਦੇ ਨੇ ਕਿ ਕਿਹੜੀਆਂ ਚੀਜ਼ਾਂ ਕਿੱਦਾਂ ਪ੍ਰਚਾਰੀਆਂ ਜਾ ਰਹੀਆਂ, ਕਿੱਦਾਂ ਦਿਖਾਈਆਂ ਜਾ ਰਹੀਆਂ। ਗੋਦੀ ਮੀਡੀਆ ਦੀ ਤੁਸੀਂ ਗੱਲ ਕੀਤੀ, ਰਾਜੇਵਾਲ ਸਾਹਿਬ ਕਹਿ ਰਹੇ ਨੇ, ਤੇ ਉਹ ਚੀਜ਼ਾਂ ਤਾਂ ਖਰੀਦੀਆਂ ਹੋਈਆਂ ਨੇ, ਸਾਨੂੰ ਪਤਾ ਹੈ। ਪਰ ਪੰਥਕ ਅਖਵਾਉਣ ਵਾਲਾ ਮੀਡੀਆ ਵੀ ਕਿਤੇ ਨਾ ਕਿਤੇ, ਤੁਹਾਨੂੰ ਨਹੀਂ ਲੱਗਦਾ ਕੁਝ ਚੈਨਲਸ ਅਜਿਹੇ ਹੈ ਨੇ ਜਿਹੜੇ ਥੋੜ੍ਹੇ ਜਿਹੇ ਸਾਨੂੰ ਅੱਜ ਸ਼ੱਕ ਦੇ ਦਾਇਰੇ ਦੇ ਵਿੱਚ ਲਿਆ ਕੇ ਖੜਾ ਕਰ ਰਹੇ ਨੇ, ਵਿਕੇ ਹੋਏ ਲੱਗ ਰਹੇ ਨੇ? ਉਹ ਤਾਂ ਇੱਕ ਤਾਂ ਜੀ ਬਾਦਲਾਂ ਦਾ ਹੀ ਚੈਨਲ ਹੈ PTC, ਤੇ 2-4 ਚੈਨਲ ਹੋਰ ਇਹੋ ਜਿਹੇ ਜਿਹੜੇ ਉਹਨਾਂ ਨਾਲ ਰਲੇ ਹੋਏ ਹੈ। ਸੋ ਪੰਥਕ ਚੈਨਲ ਤਾਂ ਨਹੀਂ ਹੈਗੇ ਜੀ, ਆਪਾਂ ਉਹਨਾਂ ਨੂੰ ਕਹਿ ਸਕਦੇ, ਮਤਲਬ ਉਹਨਾਂ ਦੀ ਇੱਕ ਦਿੱਖ ਪੰਥਕ ਬਣੀ ਹੋਈ ਹੈ। ਸੋ ਇਸ ਕਰਕੇ ਉਹਨਾਂ ਲੋਕਾਂ ਦੇ ਉੱਤੇ ਵੀ ਇੱਕ ਤਰ੍ਹਾਂ ਦਾ ਦਬਾਅ ਪਿਆ ਹੋਇਆ, ਕਿਉਂਕਿ ਉਹ ਜਿਹੜੇ ਮਾਲਕ ਹੈ, ਜਿਹੜੇ ਚੈਨਲ ਇਹ ਹਾਲਾਤ ਪੈਦਾ ਕਰ ਰਹੇ ਆ, ਉਹਨਾਂ ਦੇ ਜਿਹੜੇ ਮਾਲਕ ਹੈ, ਉਹਨਾਂ ਨੇ ਪਿਛਲੇ ਲੰਬੇ ਸਮੇਂ ਤੋਂ ਰਾਜਸੀ ਸੱਤਾ ਭੋਗੀ ਹੈ, ਤੇ ਉਹਨਾਂ ਨੇ ਮੋਟੇ ਤੌਰ ਦੇ ਉੱਤੇ ਕਰਪਸ਼ਨ ਕੀਤੀ ਹੋਈ ਹੈ, ਤੇ ਉਹ ਕਰਪਸ਼ਨ ਦੀਆਂ ਸਾਰੀਆਂ ਫਾਈਲਾਂ ਮੋਦੀ ਉਹਨਾਂ ਕੋਲ ਪਈਆਂ। ਸੋ ਇਸ ਕਰਕੇ ਉਹਨਾਂ ਦਾ ਇੱਕ ਮਜਬੂਰੀ ਬਣੀ ਹੋਈ ਹੈ। ਹੁਣ ਜੇਕਰ ਉਹ ਨਹੀਂ ਕਰਦੇ ਤਾਂ ਉਹਨਾਂ ਦੀਆਂ ਫਾਈਲਾਂ ਖੁੱਲ੍ਹਦੀਆਂ। ਔਰ ਹਾਲਾਤ ਇਹ ਹੈ ਕਿ ਅੱਜ ਸਾਨੂੰ ਨੌਜਵਾਨਾਂ ਨੂੰ ਇੱਕ ਚੰਗੀ ਅੱਡਰੀ ਸੇਧ ਦੇਣ ਦੀ ਲੋੜ ਹੈ। ਮੈਂ ਇੱਕ ਗੱਲ ਸੋਚ ਰਿਹਾ ਕਿ ਜਿਵੇਂ ਜਿਵੇਂ ਇਹ ਸੰਘਰਸ਼ ਲੰਬਾ ਹੋ ਰਿਹਾ ਹੈ, ਪੰਜਾਬ ਦੇ ਵਿੱਚੋਂ ਉਨਾ ਹੀ ਹੜ੍ਹ ਦਾ ਵੇਗ ਵੱਧਦਾ ਜਾ ਰਿਹਾ ਹੈ। ਸੋ ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਕਿ ਪੰਜਾਬ ਦੇ ਜਿਹੜੇ ਜਜ਼ਬਾਤ ਹੈ, ਜਜ਼ਬਾਤਾਂ ਦੇ ਨਾਲ ਜੁੜੇ ਹੋਏ ਨਾਅਰਿਆਂ ਦੇ ਤਰਜਮਾਨੀ ਹੈ, ਉਹ ਅਸੀਂ ਘਟਾ ਨਹੀਂ ਸਕਦੇ। ਸੋ ਕਈ ਵਾਰੀ ਮਤਲਬ ਦੇਖਣ ਦੇ ਵਿੱਚ ਆ ਜਾਂਦਾ ਹੈ, ਜੇ ਕਈ ਵਾਰੀ ਇਹ ਗੱਲ ਹੋ ਵੀ ਗਈ ਤਾਂ ਸਾਨੂੰ ਮਹਿਸੂਸ ਕਰ ਲੈਣਾ ਚਾਹੀਦਾ। ਬਲਕਿ ਅੱਜ ਦੇ ਜਿਹੜੇ ਹਾਲਾਤ ਹੈ, ਜਿਹੜੇ ਗੁਰੂ ਕੇ ਲੰਗਰ ਹੈ ਜਾਂ ਹੋਰ ਹੈ, ਇਹਨਾਂ ਗੱਲਾਂ ਨੂੰ ਦੇਖ ਕੇ ਵੀ ਮੋਦੀ ਤੇ ਗੋਦੀ ਮੀਡੀਆ ਬੜਾ ਸੜ ਰਿਹਾ ਜੀ। ਬਿਲਕੁਲ ਬਹੁਤ ਸੜ ਰਿਹਾ ਹੈ, ਪਰ ਤੁਸੀਂ ਹਰ ਚੀਜ਼ ਨੂੰ ਬਹੁਤ ਨਜ਼ਦੀਕ ਤੋਂ ਦੇਖ ਰਹੇ ਹੋ, ਬਹੁਤ ਚੰਗੀ ਤਰ੍ਹਾਂ ਸਿਆਸਤ ਨੂੰ ਤੇ ਸਿਆਸਤਦਾਨ ਨੂੰ ਤੁਸੀਂ ਜਾਣਦੇ ਹੋ, ਪਛਾਣਦੇ ਹੋ। ਜਿਸ ਮੋੜ ਦੇ ਉੱਤੇ ਆ ਕੇ ਅੱਜ ਮੋਰਚੇ ਤੇ ਅਸੀਂ ਖੜੇ ਹੋਏ ਹਾਂ, ਮੋਰਚੇ ਦੀਆਂ ਬਹੁਤ ਪ੍ਰਾਪਤੀਆਂ ਨੇ। ਅਸੀਂ 18ਵੀਂ ਸਦੀ ਤੋਂ ਬਾਅਦ ਹੁਣ 2020 ਦੇ ਵਿੱਚ ਇੱਕ ਵਾਰ ਫਿਰ ਤੋਂ ਦਿੱਲੀ ਫਤਿਹ ਕਰ ਚੁੱਕੇ ਹਾਂ। ਪਰ
ਗੱਲ ਇੱਥੇ ਆਉਂਦੀ ਹੈ ਕਿ ਇਸ ਦਾ ਅੱਗੇ ਤੁਹਾਨੂੰ ਭਵਿੱਖ ਕੀ ਦਿਸ ਰਿਹਾ ਹੈ, ਕਿਉਂਕਿ ਜਿਹੜੇ ਖਦਸ਼ੇ ਜਤਾਏ ਸੀ ਦੀਪ ਸਿੱਧੂ ਨੇ ਤੇ ਉਹ ਉਸੇ ਦੇ ਸੰਦਰਭ ਦੇ ਵਿੱਚ ਇੰਟਰਨੈਸ਼ਨਲ ਬਹੁਤ ਸਾਰੀਆਂ ਕਾਲਸ ਆਈਆਂ ਜਿਹੜੇ ਕਿਤੇ ਨਾ ਕਿਤੇ ਦੀਪ ਸਿੱਧੂ ਦੀ ਉਸ ਗੱਲ ਨਾਲ ਐਗਰੀ ਵੀ ਨਜ਼ਰ ਆਉਂਦੇ ਨੇ ਕਿ ਅਜਿਹਾ ਹੋ ਸਕਦਾ ਹੈ। ਤੁਸੀਂ ਕੀ ਸੋਚਦੇ ਹੋ? ਦੇਖੋ, ਜਿਹੜੀ ਉਹਨਾਂ ਨੇ ਗੱਲ ਕਰੀ ਹੈ ਦੀਪ ਸਿੱਧੂ ਨੇ ਕਿ ਅਜਿਹਾ ਹੋ ਸਕਦਾ ਹੈ, ਇਹ ਮੈਂ ਕਈ ਵਾਰੀ ਨਾ ਜੀ ਕਿਸੇ ਦੇ ਨਿੱਜੀ ਬਿਆਨ ਨਾਲ ਸਹਿਮਤ ਹੋਣਾ ਜ਼ਰੂਰੀ ਵੀ ਨਹੀਂ ਹੁੰਦਾ। ਜੇਕਰ ਅਜਿਹਾ ਹੋ ਸਕਦਾ ਹੈ ਤਾਂ ਦੀਪ ਜੀ ਦੇ ਸਮੇਤ ਅਸੀਂ ਸਾਰਿਆਂ ਨੇ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਕਹੀ ਸੀ ਕਿ ਭਾਵੇਂ ਕੁਛ ਹੋ ਜਾਵੇ ਅਸੀਂ ਇਹ ਬਿੱਲ ਮਾਫ ਕਰਾਉਣੇ ਹੈ। ਜੇਕਰ ਅਜਿਹਾ ਹੁੰਦਾ ਤਾਂ ਹੋ ਜਾਵੇ, ਸ਼ਹੀਦੀ ਤਾਂ ਇੱਕ ਦਿਨ ਹੋਣੀ ਹੁੰਦੀ ਹੈ, ਮਰਨਾ ਵੀ ਇੱਕ ਦਿਨ ਹੈਗਾ। ਔਰ ਜਿਵੇਂ ਦੀਪ ਜੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਉਣਾ ਨਹੀਂ, ਜੇਕਰ ਹਿੰਦ ਦੀ ਸਰਕਾਰ ਮਾਰਨ 'ਤੇ ਹੀ ਆ ਗਈ ਤਾਂ ਉਹਨਾਂ ਨੇ ਤਾਂ ਫਿਰ ਇੱਥੇ ਬੈਠਿਆਂ ਨੂੰ ਵੀ ਮਾਰ ਦੇਣਾ। ਔਰ ਰਹੀ ਗੱਲ, ਕਈ ਵਾਰ ਮਤਲਬ ਇਹ ਦਰਸਾਇਆ ਜਾ ਸਕਦਾ ਹੈ, ਉਹਨਾਂ ਦੇ ਮਨ ਦੇ ਵਿੱਚ ਵਹਿਮ ਪਾਇਆ ਜਾ ਸਕਦਾ ਹੈ। ਜੇਕਰ ਉਹਨਾਂ ਨੇ ਉਹ ਇਸ ਸੰਦਰਭ ਦੇ ਵਿੱਚ ਕਹਿਤਾ ਕਿ ਕਿਤੇ ਐਡਾ ਨੁਕਸਾਨ ਨਾ ਹੋ ਜਾਵੇ ਤਾਂ ਮੈਨੂੰ ਇਉਂ ਲੱਗਦਾ ਕਿ ਦੀਪ ਜੀ ਉਹਨਾਂ ਨੂੰ ਇਹ ਗੱਲ ਦੀ ਸਲਾਹ ਕਰ ਲੈਣੀ ਚਾਹੀਦੀ ਸੀ। ਲੇਕਿਨ ਮੈਂ ਇਹ ਜ਼ਰੂਰ ਮਹਿਸੂਸ ਕਰਦਾ ਕਿ ਅੱਜ ਜੇ ਦਿੱਲੀ ਮੋਰਚੇ ਦੇ ਵਿੱਚ ਜਾ ਕੇ ਕੋਈ ਬੰਦਾ ਸ਼ਹੀਦੀ ਪਾਉਂਦਾ ਹੈ ਤਾਂ ਮਰਨਾ ਤਾਂ ਅੱਜ ਵੀ ਹੈ, ਮਰਨਾ ਕੱਲ੍ਹ ਵੀ ਹੈ, ਆਪਣੇ ਖੇਤਾਂ ਪਿੱਛੇ ਮਰ ਜਾਵਾਂਗੇ। ਬਲਕਿ ਤੁਸੀਂ ਜਿਹੜੀ ਗੱਲ ਮੀਡੀਆ ਦੀ ਕਹੀ ਹੈ ਨਾ ਜੀ, ਮੀਡੀਆ ਦੇ ਵਿੱਚ ਇੱਕ ਤਾਂ ਉਹ ਮੀਡੀਆ ਹੈ ਜਿਹੜਾ ਮੀਡੀਆ ਅੱਜ ਪੰਜਾਬ ਪੱਖੀ ਗੱਲ ਕਰਦਾ ਹੈ, ਲੇਕਿਨ ਕਈ ਅਜਿਹੇ ਨਵੇਂ ਚੈਨਲ ਵੀ ਖੁੱਲ੍ਹ ਗਏ ਜਿਨ੍ਹਾਂ ਨੇ ਨਾ ਜੀ, ਹੁਣ ਤੁਸੀਂ ਵੀ ਕੋਈ ਕੁਐਸਚਨ ਕਰ ਰਹੇ ਹੋ, ਉਸ ਪੰਜਾਬ ਪੱਖੀ ਕੁਐਸਚਨ ਕਰਦੇ ਹੋ। ਕਈ ਪੱਤਰਕਾਰਾਂ ਦਾ ਨਾ ਜੀ ਕੰਮ ਇਹ ਹੈ ਵੀ ਬੰਦੇ ਦੇ ਦਿਮਾਗ ਦੇ ਵਿੱਚ, ਬੰਦੇ ਦੇ ਮੂੰਹ ਦੇ ਵਿੱਚ ਗੱਲ ਬਾਰ-ਬਾਰ ਉਹ ਪਾਈ ਜਾਣੀ ਹੈ ਜਿਹਦੇ ਨਾਲ ਇੱਕ ਵਿਵਾਦ ਖੜਾ ਹੋ ਜਾਂਦਾ ਹੈ। ਕਈ ਬ੍ਰੇਕਿੰਗ ਮਿਲ ਜਾਵੇ। ਕਈਆਂ ਨੇ ਤਾਂ ਆਪਣੀ TRP ਵਧਾਉਣੀ ਹੈ। ਸੋ ਮੈਂ ਉਹੇ ਜਿਹੇ ਸਾਡੇ ਸਤਿਕਾਰਯੋਗ ਪੱਤਰਕਾਰਾਂ ਨੂੰ ਵੀ ਕਹਾਂਗਾ ਕਿ ਤੁਸੀਂ ਇਕੱਲੀ TRP ਵਧਾਉਣ ਦੇ ਲਈ ਹੀ ਪੱਤਰਕਾਰੀ ਨਾ ਕਰੋ, ਕਿਉਂਕਿ ਇਹ ਜਿਹੜਾ ਸੰਘਰਸ਼ ਹੈ ਇਹ ਕੇਵਲ TRP ਦਾ ਨਹੀਂ, ਇਹ ਪੰਜਾਬੀਆਂ ਦਾ, ਕਿਸਾਨਾਂ ਦਾ। ਜੇ ਕਿਸਾਨ ਹੀ ਨਾ ਰਿਹਾ ਤਾਂ ਤੁਹਾਡੀ TRP ਵੀ ਕਿਹਦੇ ਲਈ ਹੋਊਗੀ ਜੀ? ਫਿਰ ਅਜਿਹੀ ਪੱਤਰਕਾਰੀ ਕਰਨ ਵਾਲਿਆਂ ਦਾ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਹੈ ਕਿ ਕੋਈ ਫਾਇਦਾ ਨਹੀਂ, ਕਿਉਂਕਿ ਲੋਕਤੰਤਰ ਦਾ ਸਾਨੂੰ ਚੌਥਾ ਥੰਮ ਮੰਨਿਆ ਜਾਂਦਾ। ਜੇਕਰ ਅਸੀਂ ਮਾਈਕ ਤੇ ID ਹੱਥ 'ਚ ਫੜ ਕੇ ਬਾਹਰ ਵਿਚਰ ਰਹੇ ਹਾਂ, ਮਾਰਕੀਟ ਦੇ ਵਿੱਚ ਜਾ ਰਹੇ ਹਾਂ ਜਾਂ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਰਿਪੋਰਟਿੰਗ ਕਰ ਰਹੇ ਹਾਂ, ਪਰ ਕਿਸੇ ਦੇ ਹੱਥ ਦੀ ਕਠਪੁਤਲੀ ਬਣੇ ਹੋਏ ਆ, ਪਰ 4 ਟੁਕੜਿਆਂ ਵਾਸਤੇ ਆਪਣਾ ਜ਼ਮੀਰ ਵੇਚ ਦਿੰਦੇ ਆ, ਤਾਂ ਫਿਰ ਇਹ ਜ਼ਰੂਰ ਯਾਦ ਰੱਖਣਾ ਕਿ ਆਉਣ ਵਾਲੀਆਂ ਤੁਹਾਡੀਆਂ ਆਪਣੀਆਂ ਪੀੜ੍ਹੀਆਂ, ਤੁਹਾਡੀਆਂ ਆਪਣੀਆਂ ਪਨੀਰੀਆਂ ਤੁਹਾਡੇ ਤੋਂ ਪੁੱਛਣਗੀਆਂ ਕਿ ਇਹ ਗੁਨਾਹ ਤੂੰ ਕਿਉਂ ਕੀਤਾ। ਜੇਕਰ ਆਪਣੀਆਂ ਪੀੜ੍ਹੀਆਂ, ਨਵੀਆਂ ਪਨੀਰੀਆਂ ਨੇ ਤੁਹਾਡੇ ਤੋਂ ਨਹੀਂ ਪੁੱਛਿਆ ਤਾਂ ਉਸ ਪਰਮਾਤਮਾ ਨੇ ਤਾਂ ਹਰ ਚੀਜ਼ ਦੇਖੀ ਹੋਈ ਹੈ ਤੇ ਉਸ ਦੇ ਉੱਤੇ ਅਸੀਂ ਦਿਲੋਂ ਵਿਸ਼ਵਾਸ ਕਰਦੇ ਹਾਂ, ਕਿਉਂਕਿ ਉਹਦੀ ਜਦੋਂ ਲਾਠੀ ਚੱਲੀ ਤਾਂ ਉਸਨੇ ਇਨਸਾਫ ਬਰਾਬਰ ਦਾ ਕਰਨਾ ਹੈ। ਅੰਤ ਦੇ ਵਿੱਚ ਤੁਹਾਡੇ ਤੋਂ ਸਿਰਫ ਇਹ ਜਾਣਨਾ ਚਾਹਾਂਗਾ ਕਿ ਅਸੀਂ ਮੋਰਚਾ ਜਿੱਤ ਲਿਆ ਆ, ਕੇਂਦਰ ਸਰਕਾਰ ਦੇ ਗੋਡੇ ਲੱਗ ਗਏ ਨੇ, ਕੇਂਦਰ ਸਰਕਾਰ ਬਸ ਸਿਰ ਝੁਕਾਉਣ ਵਾਸਤੇ ਤਿਆਰ ਨਹੀਂ, ਪਰ ਜਿਹੜੇ ਮੋਰਚੇ ਦੀ ਅਗਵਾਈ ਕੀਤੀ ਜਾ ਰਹੀ ਹੈ, ਜਿੱਦਾਂ ਦਾ ਪ੍ਰਚਾਰ ਹੁਣ ਸਟੇਜ ਦੇ ਉੱਤੋਂ ਕੀਤਾ ਜਾ ਰਿਹਾ ਹੈ, ਬੇਸ਼ੱਕ ਉਗਰਾਹਾਂ ਹੋਵੇ, ਬੇਸ਼ੱਕ ਰਾਜੇਵਾਲ ਹੋਵੇ, ਜਿਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਸ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ? ਕਿਉਂਕਿ ਬਹੁਤ ਸਾਰੇ ਲੋਕ ਇਹਦੇ ਨਾਲ ਟੁੱਟਣਗੇ, ਇਹ ਚੀਜ਼ਾਂ ਕਿਤੇ ਨਾ ਕਿਤੇ ਪਾੜ ਪਾਣਗੀਆਂ। ਦੇਖੋ, ਇਹੀ ਗੱਲਾਂ ਸਾਰੀਆਂ ਅੱਜ ਇਹਨਾਂ ਸਾਰੀ ਆਗੂਆਂ ਨੂੰ ਦੇਖਣਯੋਗ ਹੈ। ਭਾਵੇਂ ਕਿ ਇਹਨਾਂ ਦੇ ਵਿੱਚ ਬੜੇ ਵਧੀਆ ਕਿਸਾਨ ਆਗੂ ਹੈ ਜਿਹੜੇ ਇੰਡੀਆ ਲੈਵਲ 'ਤੇ ਆਪਣੀ ਗੱਲ ਕਰਦੇ ਹਾਂ, ਜੋਗਿੰਦਰ ਯਾਦਵ ਜੀ, ਉਹ ਨਹੀਂ, ਹੋਰ ਸਾਰੇ ਚੰਗੇ ਲੋਕ ਨਾਲ ਜੁੜੇ ਹੋਏ ਹੈ। ਸੋ ਲੇਕਿਨ ਜਿੰਨੀਆਂ ਵੀ ਜਥੇਬੰਦੀਆਂ ਹੈ, ਇਹਨਾਂ ਸਾਰਿਆਂ ਨੂੰ ਜਿੰਨੇ ਵੀ ਯੂਨਾਈਟ ਹੋਏ ਹੈ, ਇਹਨਾਂ ਨੂੰ ਇਹ ਗੱਲਾਂ ਸੋਚਣ ਵਾਲੀਆਂ ਕਿ ਆਪਾਂ ਕਿਹੜੇ ਢੰਗ ਦੇ ਨਾਲ ਇਸ ਸੰਘਰਸ਼ ਨੂੰ ਵਧੀਆ ਤਰੀਕੇ ਨਾਲ ਲੈ ਕੇ ਜਾਈਏ, ਜਿਵੇਂ ਕੋਈ ਵਿਵਾਦਤ ਸਾਡੇ ਤੋਂ ਬਿਆਨ ਨਾ ਨਿਕਲ ਜੇ, ਕਿਸੇ ਦੇ ਮਨ ਨੂੰ ਠੇਸ ਨਾ ਲੱਗ ਜੇ, ਕਿਉਂਕਿ ਇਹ ਸੰਘਰਸ਼ ਹੁਣ ਆਪ ਮਹਾਰਾਜਾ ਸੰਘਰਸ਼ ਹੋਇਆ ਪਿਆ, ਕਿਸੇ ਦੇ ਵੱਸ ਦੀ ਗੱਲ ਤਾਂ ਹੈ ਨਹੀਂ। ਸੋ ਇਸ ਕਰਕੇ ਜਦੋਂ ਇਹ ਸੰਘਰਸ਼ ਆਪ ਮਹਾਰਾ 'ਤੇ ਲੰਬਾ ਹੋ ਜਾਵੇ ਤਾਂ ਇਸ ਸੰਘਰਸ਼ ਨੂੰ ਮੋੜਾ ਦੇਣਾ ਅਤੇ ਇਸ ਸੰਘਰਸ਼ ਦੇ ਵਿੱਚੋਂ ਉਲੀਕੀ ਗਈ ਗੱਲ ਨੂੰ ਸਿਰੇ ਲਾਉਣਾ, ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਅਤੇ ਮੈਂ ਪੰਜਾਬ ਦੇ ਨੌਜਵਾਨ ਜਿਹੜੇ ਉੱਥੇ ਜਾਂਦੇ ਹੈ, ਕਿਉਂਕਿ ਮੈਂ ਉੱਦਣ ਦਾ ਹੀ ਦੇਖਦਾ ਕਿ ਜਦੋਂ ਕੋਈ ਗੋਦੀ ਮੋਦੀ ਮੀਡੀਆ ਦਾ ਬੰਦਾ ਆਉਂਦਾ ਹੈ ਤਾਂ ਉਹ ਨਾ ਹੂਟਿੰਗ ਕਰਨ ਲੱਗ ਜਾਂਦੇ ਆ ਪੰਜਾਬ ਦੇ ਨੌਜਵਾਨ। ਮੈਂ ਪਹਿਲਾਂ ਵੀ ਕਈ ਚੈਨਲਾਂ 'ਤੇ ਕਿਹਾ ਕਿ ਤੁਸੀਂ ਉਹਨਾਂ ਨੂੰ ਭਜਾਇਆ ਨਾ ਕਰੋ, ਤੁਹਾਡੇ ਕੋਲ ਤਾਂ ਇੰਨਾ ਦਿਮਾਗ ਅਤੇ ਤਜਰਬਾ ਹੈ ਪੰਜਾਬੀ ਨੌਜਵਾਨਾਂ ਕੋਲ। 10ਵੀਂ ਪਾਸ ਕਰਕੇ ਤਾਂ ਤੁਸੀਂ 6-6 ਬੈਂਡ ਆਈਲੈਟਸ ਦੇ ਵਿੱਚ ਲੈ ਲੈਂਦੇ ਹੋ, ਇੰਗਲਿਸ਼ ਤੁਹਾਨੂੰ ਆਉਂਦੀ ਹੈ, ਤੁਸੀਂ ਉਹਨਾਂ ਨੂੰ ਆਰਾਮ ਨਾਲ ਖੜਾਇਆ ਕਰੋ। ਜਿੰਨਾ ਵੀ ਇਹ ਬਿੱਲ ਜਿਹੜਾ ਬਣਾਇਆ ਆਰਡੀਨੈਂਸ ਬਿੱਲ ਬਣਾਏ ਆ ਖੇਤੀ ਦੇ, ਇਹਦੀ ਕੱਲੀ ਪਰਤ ਖੋਲ੍ਹ ਕੇ ਤੁਸੀਂ ਆਪਣੇ ਦਿਮਾਗ ਦੇ ਨਾਲ ਉਹਨਾਂ ਨੂੰ ਕਿਹਾ ਕਰੋ ਕਿ ਸਾਨੂੰ ਸਵਾਲ ਕਰੋ ਜੀ, ਅਸੀਂ ਉਹਦੇ ਜਵਾਬ ਦੇਣੇ ਹੈ। ਉਹਨਾਂ ਦਾ ਮੀਡੀਆ
ਉਹਨਾਂ ਦੇ ਮੀਡੀਆ ਨੂੰ ਤੁਸੀਂ ਆਪਣੇ ਕੰਮ ਲਈ ਵਰਤੋ, ਨਾਲ ਤੁਸੀਂ ਆਪਣੀ ਵੀ ਵੀਡੀਓ ਬਣਾਓ ਜਦੋਂ ਉਹ ਬੋਲਦੇ ਆ, ਤਾਂ ਕਿ ਕੱਲ੍ਹ ਨੂੰ ਜੇ ਉਹ ਕੱਟ ਕੇ ਦਿਖਾਉਣਗੇ ਤਾਂ ਤੁਸੀਂ ਉਹਨੂੰ ਨਸ਼ਰ ਕਰ ਸਕੋ। ਸੋ ਇਸ ਕਰਕੇ ਉਹਨਾਂ ਨੂੰ ਭਜਾਉਣ ਨਾਲੋਂ ਉਹਨਾਂ ਨੂੰ ਤੁਸੀਂ ਲਾਜਵਾਬ ਕਰਕੇ ਤੁਰੋ, ਉਹਨਾਂ ਕੋਲ ਕੋਈ ਜਵਾਬ ਨਾ ਹੋਵੇ ਜਦੋਂ ਤੁਸੀਂ ਉਹਨਾਂ ਦੀਆਂ ਗੱਲਾਂ ਦਾ ਅਨਸਰ ਦੇਵੋ। ਤਾਂ ਕਰਕੇ ਉਹ ਮੋਦੀ ਮੀਡੀਆ, ਜਿਹੜਾ ਗੋਦੀ ਮੀਡੀਆ, ਤੁਹਾਡੀਆਂ ਗੱਲਾਂ ਨੂੰ ਪੋਜ਼ਿਟਿਵ ਦਿਖਾਵੇ। ਜਦੋਂ ਤੁਸੀਂ ਉਹਨਾਂ ਨੂੰ ਹੂਟਿੰਗ ਕਰਕੇ ਤੋਰਦੇ ਹੋ ਤਾਂ ਉਹ ਤੁਹਾਡੇ ਹੋਰ ਨੈਗੇਟਿਵ ਜਾਂਦਾ ਹੈ। ਇਸ ਕਰਕੇ ਮੇਰੀ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਬੁੱਢੇ ਠੇਰੇ ਮਨੁੱਖ ਹੈ ਜਿਹੜੇ, ਇਹ ਕਦੇ ਕੌਮਾਂ ਦੀ ਅਗਵਾਈ ਨਹੀਂ ਕਰ ਸਕਦੇ। ਕੌਮਾਂ ਦੀ ਅਗਵਾਈ ਤਾਂ ਨੌਜਵਾਨ, ਸੂਝਵਾਨ ਨੌਜਵਾਨ ਕਰਦੇ ਚੰਗੇ ਲੱਗਦੇ ਹੈ। ਮੇਰੀ ਇਸ ਗੱਲ ਦਾ ਕਿਸੇ ਨੂੰ ਜੇ ਬੁਰਾ ਲੱਗੇ ਤਾਂ ਉਹ ਮੈਨੂੰ ਮਾफ़ ਵੀ ਕਰ ਸਕਦੇ ਆ। ਹਾਲਾਂਕਿ ਸਿਆਣੇ ਬਜ਼ੁਰਗਾਂ ਤੋਂ ਬਗੈਰ ਸਾਨੂੰ ਸੇਧ ਵੀ ਨਹੀਂ ਮਿਲ ਸਕਦੀ। ਸੈਣੀ ਸਾਹਿਬ, ਅਸਲ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ, ਜਿਹੜੇ ਮਤਲਬ ਉੱਥੇ ਸਾਰੇ ਅਗਵਾਈ ਸਾਡੇ ਸਤਿਕਾਰਯੋਗ ਕਿਸਾਨ ਯੂਨੀਅਨ ਦੇ ਆਗੂ ਕਰ ਰਹੇ ਹੈ, ਕਿ ਜੇਕਰ ਇਹਨਾਂ ਨੇ ਗਲਤੀ ਨਾਲ ਵੀ ਗਲਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿੰਨੀ ਵੀ ਸੰਗਤ ਬੈਠੀ ਹੈ ਉਹਨਾਂ ਨੇ ਬਖਸ਼ਣਾ ਨਹੀਂ। ਕਿਉਂਕਿ ਜਦੋਂ ਅਸੀਂ ਕਹਿ ਕੇ ਹੀ ਤੁਰੇ ਹਾਂ ਕਿ ਅਸੀਂ ਇਹ ਬਿੱਲ ਰੱਦ ਕਰਾਵਾਂਗੇ ਜਾਂ ਅਸੀਂ ਗੋਲੀ ਖਾਵਾਂਗੇ, ਸੋ ਇਸ ਕਰਕੇ ਇਹਨਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਹਰ ਕਦਮ ਹੈ ਜਿਹੜਾ ਉਹ ਸੋਚ ਸਮਝ ਕੇ ਪੁੱਟਣ। ਔਰ ਸਾਨੂੰ ਆਸ ਵੀ ਹੈ ਕਿ ਬਿੱਲ ਰੱਦ ਕਰਾਉਣ ਤੋਂ ਬਿਨਾਂ ਉੱਥੋਂ ਤੁਰਨਗੇ ਨਹੀਂ। ਜਿੰਨੀ ਦੇਰ ਬਿੱਲ ਨਹੀਂ ਰੱਦ ਹੁੰਦੇ ਉਨੀ ਦੇਰ ਐਜੀਟੇਸ਼ਨ ਖਤਮ ਨਹੀਂ ਹੁੰਦੀ। ਆਸ ਹੈ ਸਾਨੂੰ, ਕਿਉਂਕਿ ਇਹਨਾਂ ਨੇ ਜਿੰਨੀਆਂ ਵੀ ਐਜੀਟੇਸ਼ਨਾਂ, ਰਾਜੇਵਾਲ ਸਾਹਿਬ ਨੇ, ਜੋਗਿੰਦਰ ਸਿੰਘ ਅਗਰਾਹਾਂ ਨੇ, ਜਿੰਨੇ ਵੀ ਇਹ ਸਤਿਕਾਰਯੋਗ ਸਾਡੇ ਆਗੂ ਹੈ, ਇਹਨਾਂ ਨੇ ਜਿੰਨੀਆਂ ਵੀ ਐਜੀਟੇਸ਼ਨਾਂ ਲੜੀਆਂ ਉਹ ਇਹਨਾਂ ਨੇ ਤਕਰੀਬਨ ਜਿੱਤੀਆਂ। ਸੋ ਮੈਨੂੰ ਆਸ ਹੈ ਕਿ ਇਹ ਉਸ ਪੱਖ ਤੋਂ ਤਾਂ ਪੂਰੇ ਮਜ਼ਬੂਤ ਹਨ। ਲੇਕਿਨ ਅੱਜ ਜੋ ਪੰਜਾਬ ਦੇ ਲੋਕਾਂ ਦਾ ਹੜ੍ਹ ਆਇਆ ਵਾ, ਉਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਅਸੀਂ ਬਿੱਲ ਰੱਦ ਕਰਾ ਕੇ ਜਾਣੇ। ਕਿਉਂਕਿ ਉਹਨਾਂ ਨੂੰ ਅਸੀਂ ਕਹਿ ਕੇ ਇਹ ਗੱਲ ਲੈ ਕੇ ਗਏ ਸੀ ਕਿ ਜਿੰਨੀ ਦੇਰ ਬਿੱਲ ਰੱਦ ਨਹੀਂ ਹੁੰਦੇ ਉਨੀ ਦੇਰ ਆਉਂਦੇ ਨਹੀਂ, ਜਾਂ ਸਾਡੇ ਗੋਲੀ ਲੱਗੂਗੀ ਜਾਂ ਬਿੱਲ ਰੱਦ ਹੋਣਗੇ। ਇਹ ਪੰਜਾਬ ਦੇ ਲੋਕਾਂ ਦੀ ਡਿਮਾਂਡ ਹੈ, ਪੰਜਾਬ ਦੇ ਲੋਕਾਂ ਦੇ ਮਨਾਂ ਦੀ ਇੱਕ ਵੇਗਨ ਹੈ। ਮੈਂ ਇਹ ਤੁਹਾਡੇ ਚੈਨਲ ਜ਼ਰੀਏ ਇਹਨਾਂ ਸਤਿਕਾਰਯੋਗ ਲੀਡਰਾਂ ਨੂੰ ਜ਼ਰੂਰ ਕਹਿ ਰਿਹਾ। ਉਮੀਦ ਕਰਦੇ ਹਾਂ ਕਿ ਤੁਹਾਡੀ ਆਵਾਜ਼ ਜ਼ਰੂਰ ਉਹਨਾਂ ਲੀਡਰਾਂ ਤੱਕ, ਉਹਨਾਂ ਆਗੂਆਂ ਤੱਕ ਪਹੁੰਚੀ ਹੋਏਗੀ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਮੈਂ ਅੰਤ ਦੇ ਵਿੱਚ ਇੱਕੋ ਹੀ ਗੱਲ ਕਹਿਣਾ ਚਾਹਾਂਗਾ, ਜਿੰਨੇ ਵੀ ਆਗੂ ਇਸ ਵੇਲੇ ਦਿੱਲੀ ਦੀ ਹਿੱਕ ਉੱਤੇ ਮੋਰਚਿਆਂ ਦੀ ਅਗਵਾਈ ਕਰ ਰਹੇ ਨੇ, ਜਿੰਨੇ ਵੀ ਨੌਜਵਾਨ ਆਪਣੇ ਆਪਣੇ ਗਰੁੱਪਸ ਲੈ ਕੇ ਉੱਥੇ ਪਹੁੰਚੇ ਹੋਏ ਨੇ, ਅਗਵਾਈ ਕਰ ਰਹੇ ਨੇ, ਬੇਸ਼ੱਕ ਉਹ ਲੱਖਾ ਸਦਾਣਾ ਹੈ, ਦੀਪ ਸਿੱਧੂ ਹੈ ਜਾਂ ਹੋਰ ਨੌਜਵਾਨ ਨੇ, ਅਸੀਂ ਇੱਕੋ ਹੀ ਗੱਲ ਆਪਣੇ ਮੰਚ ਤੋਂ ਕਹਿਣਾ ਚਾਹਾਂਗੇ। ਗੁਰਬਾਣੀ ਦਾ ਇਹ ਫਰਮਾਨ ਹੈ, ਹੋ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵਲਾਈ। ਮੱਥਾ ਸਾਡਾ ਕੇਂਦਰ ਨਾਲ ਲੱਗਿਆ ਹੈ, ਸਾਡਾ ਫਰਜ਼ ਬਣਦਾ ਅਸੀਂ ਇਕਜੁੱਟ ਇਕਮੁੱਠ ਹੋ ਕੇ ਕੇਂਦਰ ਦੇ ਨਾਲ ਨਜਿੱਠੀਏ। ਆਪਸੀ ਮਤਭੇਦ ਬਾਅਦ ਵਿੱਚ ਵੀ ਅਸੀਂ ਦੂਰ ਕਰ ਸਕਦੇ ਹਾਂ। ਜੇ ਗੁਰਦੀਪ ਨੇ ਕੋਈ ਬਿਆਨ ਦਿੱਤਾ ਹੈ, ਤੁਸੀਂ ਉਸ ਤੋਂ ਸਹਿਮਤ ਨਹੀਂ ਹੋ ਤਾਂ ਉਸ ਦਾ ਇਸ਼ੂ ਬਣਾਉਣ ਦੀ ਲੋੜ ਨਹੀਂ। ਜਿਹੜੇ ਮੀਡੀਆ ਦੇ ਵਿੱਚ ਆ ਕੇ ਮੀਡੀਆ ਦਾ ਸਹਾਰਾ ਲੈ ਕੇ ਅਜਿਹੀਆਂ ਗੱਲਾਂ ਦਾ ਇਸ਼ੂ ਬਣਾਉਂਦੇ ਨੇ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਸਾਨੀ ਦੀ ਲੜਾਈ ਲੜ ਰਹੇ ਹਾਂ, ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ, ਪੰਜਾਬੀਅਤ ਦੀ ਲੜਾਈ ਲੜ ਰਹੇ ਹਾਂ। ਬੜੇ ਚਿਰ ਬਾਅਦ ਤਾਂ ਹਰਿਆਣੇ ਵਾਲੇ ਬੋਲਣ ਲੱਗੇ ਨੇ ਪੰਜਾਬ ਸਾਡਾ ਵੱਡਾ ਭਰਾ ਹੈ, ਅਸੀਂ ਉਹਨਾਂ ਨੂੰ ਛਾਤੀ ਲਾਉਣ ਦੀ ਗੱਲ ਕਰ ਰਹੇ ਹਾਂ। ਅਤੇ ਜੇਕਰ ਅਸੀਂ ਹੱਥ ਦੇ ਵਿੱਚ ਗਨ ਮਾਈਕ ਫੜ ਕੇ ਪਾੜ ਪਾਉਣ ਦੀ ਗੱਲ ਕਰਾਂਗੇ, ਅਸੀਂ ਇਸ ਚੜ੍ਹਦੀ ਕਲਾ ਵਿੱਚ ਜਾਂਦੇ ਹੋਏ ਮੋਰਚੇ ਨੂੰ ਵਿਫਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿਤੇ ਨਾ ਕਿਤੇ ਅਸੀਂ ਬਹੁਤ ਵੱਡੇ ਗੁਨੇਗਾਰ ਹੋਵਾਂਗੇ। ਅਸੀਂ ਲੋਕਤੰਤਰ ਦਾ ਚੌਥਾ ਥੰਮ ਆ, ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ। ਅਤੇ ਜਿਹੜੇ ਮੋਰਚੇ ਦੀ ਅਗਵਾਈ ਕਰਨ ਵਾਲੇ ਉੱਥੇ ਕਿਸਾਨ ਆਗੂ ਹੈ ਨੇ, ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਸ ਮੋਰਚੇ ਦੀਆਂ ਬਹੁਤ ਪ੍ਰਾਪਤੀਆਂ ਹੋ ਗਈਆਂ ਹੈ, ਜਿਸ ਨੇ ਪੂਰਾ ਪੰਜਾਬ, ਜੋ ਅਸੀਂ ਕਹਿ ਸਕਦੇ ਹਾਂ ਮਹਾ ਪੰਜਾਬ ਸੀ, ਉਹ ਇੱਕ ਵਾਰ ਫਿਰ ਤੋਂ ਇਕਜੁੱਟ ਇਕਮੁੱਠ ਕਰ ਦਿੱਤਾ ਹੈ। ਪੰਜਾਬ ਦੀ ਨੌਜਵਾਨੀ ਨੂੰ ਅਜਿਹਾ ਹਲੂਣਾ ਲੱਗਿਆ ਜੋ ਦਿੱਲੀ ਦੀ ਹਿੱਕ 'ਤੇ ਜਾ ਕੇ ਬਹਿ ਗਈ ਆ। ਇਹ ਇਤਿਹਾਸ ਲਿਖਿਆ ਜਾ ਚੁੱਕਿਆ ਹੈ। ਦੁਨੀਆ ਦੀ ਸਭ ਤੋਂ ਵੱਡੀ ਐਜੀਟੇਸ਼ਨ ਇਸ ਵੇਲੇ ਇੰਡੀਆ ਦੇ ਵਿੱਚ ਦਿੱਲੀ ਦੀ ਹਿੱਕ 'ਤੇ ਚੱਲ ਰਹੀ ਹੈ। ਇਹ ਕਦੇ ਵੀ ਕੋਈ ਵੀ ਨਹੀਂ ਭੁੱਲ ਸਕਦਾ। ਪਰ ਜਿਹੜੇ ਆਗੂ ਮੋਰਚੇ ਦੀ ਅਗਵਾਈ ਕਰ ਰਹੇ ਨੇ, ਉਹਨਾਂ ਦਾ ਫਰਜ਼ ਬਣਦਾ ਹੈ, ਜਿੱਦਾਂ ਚੱਪੜ ਸਾਹਿਬ ਨੇ ਕਿਹਾ, ਕਿ ਗਲਤੀ ਦੇ ਨਾਲ ਵੀ ਕੋਈ ਗਲਤੀ ਨਾ ਹੋਵੇ, ਨਹੀਂ ਤਾਂ ਜੋ ਖੱਤ 'ਚ ਜਤਾਏ ਜਾ ਰਹੇ ਨੇ, ਅਗਰ ਅਜਿਹਾ ਕੁਝ ਵੀ ਵਾਪਰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਸਿੱਧਾ ਮੋਰਚਿਆਂ ਦੀ ਅਗਵਾਈ ਕਰਨ ਵਾਲੇ ਆਗੂ ਮੰਨੇ ਜਾਣਗੇ। ਉਸ ਦੀ ਅਗਵਾਈ ਕਰਨ ਵਾਲਿਆਂ ਤੋਂ ਬਿਨਾਂ ਹੋਰ ਕੋਈ ਵੀ ਉਸ ਦਾ ਜ਼ਿੰਮੇਵਾਰ ਨਹੀਂ ਹੋਵੇਗਾ। ਫਿਰ ਤੁਸੀਂ ਭਾਂਡਾ ਚਾਹੇ ਭੰਨਣ ਦੀ ਕੋਸ਼ਿਸ਼ ਕਰਿਓ ਕਿ ਭਾਜਪਾ ਨੇ ਬੰਦੇ ਬਾੜ ਕੇ ਕੁਝ ਕਰਵਾਇਆ, ਅਕਾਲੀਆਂ ਨੇ ਕਰਵਾਤਾ ਜਾਂ ਕਾਂਗਰਸ ਨੇ ਕੁਝ ਕਰਵਾਤਾ, ਆਗੂਆਂ ਦੇ ਸਿਰ ਹੀ ਭਾਂਡਾ ਭੰਨਿਆ ਜਾਣਾ ਹੈ। ਕਿਉਂਕਿ ਇਹ ਸਿਆਸਤਦਾਨ ਦਹਾਕਿਆਂ ਤੋਂ ਸਿਆਸਤ ਕਰ ਰਹੇ ਨੇ ਅਤੇ ਤੁਹਾਨੂੰ ਵੀ ਇਹਨਾਂ ਨੇ ਟਿਸ਼ੂ ਵਾਂਗ ਵਰਤ ਕੇ ਸੁੱਟ ਦੇਣਾ ਅਤੇ ਆਪਣੇ ਉੱਲੂ ਸਿੱਧੇ ਕਰ ਲੈਣੇ ਨੇ। ਇਸ ਲਈ
ਇਸ ਜਿਹੜਾ ਆਪ ਮੁਹਾਰੇ ਮੋਰਚਾ ਲੱਗ ਗਿਆ ਹੈ ਪਰਮਾਤਮਾ ਵੱਲੋਂ ਵਰਤਾਈ ਜਾ ਰਹੀ ਹੈ, ਇਸ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕਦੇ ਵੀ ਨਾ ਕਰਨਾ। ਇਸ ਨੂੰ ਉਸੇ ਵਹਿਣ 'ਚ ਵਹਿਣ ਦਿਓ ਜਿਸ ਵਹਿਣ ਤੇ ਜਾ ਰਿਹਾ ਹੈ, ਕਿਉਂਕਿ ਬਹੁਤ ਪ੍ਰਾਪਤੀਆਂ ਇਸ ਦੇ ਵਿੱਚੋਂ ਹੋਈਆਂ ਨੇ ਤੇ ਹੋਰ ਅਸੀਂ ਲੈ ਸਕਦੇ ਹਾਂ। ਜੇਕਰ ਤੁਸੀਂ ਆਪਣੇ ਜ਼ਮੀਰ ਵੇਚ ਦਿੱਤੇ ਤਾਂ ਤੁਸੀਂ ਆਪਣਾ ਸਭ ਕੁਝ ਗਵਾ ਬੈਠੋਗੇ। ਅੰਤ ਦੇ ਵਿੱਚ ਕੋਈ ਸੁਨੇਹਾ ਸੰਗਤ ਨੂੰ? ਨਹੀਂ, ਮੈਂ ਤਾਂ ਇਹੀ ਸੁਨੇਹਾ ਦੇਣਾ ਜੀ ਕਿ ਜਿਵੇਂ ਆਪਾਂ ਬੜੇ ਆਰਾਮ ਦੇ ਨਾਲ, ਮਤਲਬ ਕੋਈ ਆਪਾਂ ਅੱਜ ਤੱਕ ਕੋਈ ਲੜਾਈ ਝਗੜਾ ਨਹੀਂ, ਮੈਂ ਨੌਜਵਾਨਾਂ ਨੂੰ ਜ਼ਰੂਰ ਕਹਾਂਗਾ। ਕਈ ਗੱਲਾਂ ਜਿਵੇਂ ਬਲਵੀਰ ਸਿੰਘ ਰਾਜੇਵਾਲ ਉਹਨਾਂ ਨੇ ਜਾਂ ਹੋਰ ਕਿਸਾਨ ਆਗੂਆਂ ਨੇ ਵੀ ਕਹੀਆਂ ਕਿ ਨੌਜਵਾਨ, ਜਿਵੇਂ ਮੈਂ ਵੀ ਦੇਖਿਆ ਰਾਤ ਨੂੰ ਟਰੈਕਟਰਾਂ ਦੇ ਉੱਤੇ ਡੈਕ ਵਗੈਰਾ ਲਾ ਕੇ ਹੋਰ 11-11 ਵਜੇ ਤੱਕ ਘੁੰਮਦੇ ਆ। ਇਹ ਆਪਾਂ ਥੋੜ੍ਹਾ ਜਿਹਾ ਸ਼ਾਂਤੀ ਦਾ ਸੁਨੇਹਾ ਦਈਏ, ਕਿਉਂਕਿ ਨੌਜਵਾਨਾਂ ਨੇ ਅੱਗੇ ਭਵਿੱਖ ਦੀ ਅਗਵਾਈ ਕਰਨੀ ਹੈ। ਅੱਜ ਦਿੱਲੀ ਦੇ ਵਿੱਚ ਜਿੱਥੇ ਇਹ ਮਾਹੌਲ ਹੈ ਕਿ ਪੰਜਾਬ 'ਚੋਂ ਜਿਹੜੇ ਨੌਜਵਾਨ ਸਾਡੇ ਆਏ ਆ, ਧੀਆਂ ਭੈਣਾਂ ਦੀ ਇੱਜ਼ਤ ਸੁਰੱਖਿਅਤ ਹੈ, ਇਹ ਸੁਨੇਹਾ ਸਾਡਾ ਚੱਲਿਆ ਗਿਆ। ਲੇਕਿਨ 100% ਨੌਜਵਾਨ ਬੱਚੇ ਸਾਡੇ ਅਜਿਹੇ ਢੰਗ ਦੇ ਨਾਲ ਇਸ ਮੋਰਚੇ ਨੂੰ ਸਫਲ ਬਣਾਉਣ ਤਾਂ ਕਿ ਕਿਸੇ ਦੇ ਮਨ ਨੂੰ ਠੇਸ ਨਾ ਲੱਗੇ। ਕਈ ਵਾਰ 11-11, 12-12 ਵਜੇ ਤੱਕ, 1-1 ਵਜੇ ਤੱਕ ਵੀ ਕਈ 1-2-4 ਬੱਚੇ ਇਹੋ ਜਿਹੇ ਆ ਬਈ ਉਹ ਟਰੈਕਟਰਾਂ ਦੇ ਉੱਤੇ ਉੱਚੀ ਡੈਕ ਲਾ ਕੇ ਫਿਰੀ ਜਾਂਦੇ ਆ। ਜਿਹੜੇ ਸੌਣ ਵਾਲੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਨੀਂਦਰ ਵੀ ਨਹੀਂ ਆਉਂਦੀ। ਸੋ ਸਾਨੂੰ ਇਹ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਮੋਰਚੇ ਨੂੰ ਆਪਣੇ ਘਰ ਦਾ ਮੋਰਚਾ ਸਮਝ ਕੇ, ਇੱਕ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਠੀਕ ਹੈ ਸਾਰੇ ਬੰਦਿਆਂ ਨੇ ਕਿਸੇ ਨੇ 1 ਦਿਨ ਜਾਣਾ, 2 ਦਿਨ ਜਾਣਾ, ਪੰਜਾਬ ਦੇ ਹਰ ਪਿੰਡ ਦੇ ਵਿੱਚੋਂ ਡਿਊਟੀ ਬੰਨ੍ਹ ਕੇ, ਜਿਵੇਂ ਆਪਾਂ ਕਿਸੇ ਫੰਕਸ਼ਨ 'ਚ ਜਾਈਦਾ, ਘਰ ਦੇ ਫੰਕਸ਼ਨ 'ਚ, ਇਸ ਮੋਰਚੇ ਨੂੰ ਆਪਣਾ ਮੋਰਚਾ ਸਮਝ ਕੇ ਹਰ ਘਰ ਦੇ ਵਿੱਚੋਂ 1-1 ਬੰਦੇ ਦੀ 2-2, 3-3 ਦਿਨ ਉੱਥੇ ਹਾਜ਼ਰੀ ਲਵਾਉਣੀ ਜ਼ਰੂਰੀ ਸਮਝੋ, ਕਿਉਂਕਿ ਸਰੀਰਾਂ ਦੀ ਹਾਜ਼ਰੀ ਦੀ ਲੋੜ ਹੈ। ਗੁਰੂ ਕੇ ਲੰਗਰ ਦਾ ਟੁੱਟ ਵਰਤ ਰਹੇ ਹਾਂ। ਬਹੁਤ ਬਹੁਤ ਧੰਨਵਾਦ ਗੱਲ ਕਰਨ ਵਾਸਤੇ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਉਮੀਦ ਕਰਦੇ ਹਾਂ ਕਿ ਜੋ ਗੱਲਾਂ ਚੱਪੜ ਸਾਹਿਬ ਨੇ ਕਹੀਆਂ, ਜੋ ਬੇਨਤੀਆਂ ਮੈਂ ਸੰਗਤ ਨੂੰ ਕੀਤੀਆਂ, ਆਗੂਆਂ ਨੂੰ ਕੀਤੀਆਂ, ਤੁਸੀਂ ਉਹ ਜ਼ਰੂਰ ਪ੍ਰਵਾਨ ਕਰੋਗੇ। ਮੋਰਚਾ ਕੱਲ੍ਹ ਵੀ ਚੜ੍ਹਦੀ ਕਲਾ 'ਚ ਸੀ, ਅੱਜ ਵੀ ਚੜ੍ਹਦੀ ਕਲਾ 'ਚ ਹੈ ਤੇ ਕੱਲ੍ਹ ਵੀ ਚੜ੍ਹਦੀ ਕਲਾ 'ਚ ਰਹੇਗਾ। ਤੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਰੋਜ਼ਾਨਾ ਇਹ ਅਰਦਾਸ ਕਰਦੀ ਹੈ ਕਿ ਇਸ ਮੋਰਚੇ ਦੀਆਂ ਹੋਰ ਵੀ ਬਹੁਤ ਸਾਰੀਆਂ ਪ੍ਰਾਪਤੀਆਂ ਹੋਣ, ਕਿਉਂਕਿ ਜਿੰਨੇ ਹੱਕ ਪੰਜਾਬ ਦੇ ਬਣਦੇ ਨੇ ਅਸੀਂ ਇਸ ਮੋਰਚੇ ਤੋਂ ਉਹ ਹਰ ਹੱਕ ਪੰਜਾਬ ਵਾਸਤੇ ਲੈ ਸਕਦੇ ਹਾਂ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਤੇ ਉਹ ਇਜਾਜ਼ਤ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।